राम हे सस हे करना निध हे राम। श्री वाहिगुरु साहिब जी दोहरा। माता गुजरे पीत पै सतगुरु मनै सो कीन। पंथ खालसे हथ तै सब किच कियो कर दीन। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਰਬੱਤ ਗੁਰਸਿੱਖ ਸੰਗਤਾਂ ਉੱਪਰ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਮੁਬਾਰਕ ਚਰਨਾਂ ਕਮਲਾਂ ਪਾਸ ਜੁੜ ਕਰਕੇ ਗੁਰ ਇਤਿਹਾਸ ਸਰਵਣ ਕਰਨ ਦਾ, ਹਰੀ ਜਸ ਸਰਵਣ ਕਰਨ ਦਾ ਸੁਭਾਗ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਤਿਨਾਂ ਦਾ ਲਿਖਿਆ ਹੋਇਆ ਪਾਵਨ ਗ੍ਰੰਥ ਸ੍ਰੀ ਗੁਰਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਵਿਚਾਰ ਆਪ ਜੀ ਨੇਤਾਂ ਪ੍ਰਤ ਹਾਜ਼ਰੀਆਂ ਭਰ ਕੇ ਸਰਵਣ ਕਰ ਰਹੇ ਹੋ। ਕੱਲ ਦੇ ਪ੍ਰਕਰਨ ਆਪਾਂ ਸਰਵਣ ਕੀਤੇ ਸਨ। ਖਾਲਸੇ ਪੰਥ ਦਾ ਤੇਜ ਪ੍ਰਤਾਪ ਦਿਨੋਂ ਦਿਨ ਵਧਣ ਲੱਗਾ। ਦਿਨੋਂ ਦਿਨ ਪੰਥ ਦੀ ਗਿਣਤੀ ਵਧਣ ਲੱਗੀ। ਨਗਰਾਂ ਪਿੰਡਾਂ ਵਿੱਚ ਜਾ ਕੇ ਗੁਰੂ ਕੇ ਸਿੱਖ ਸਿੰਘਾਂ ਦੇ ਘਰੋਂ ਰਸਤਾਂ ਬਸਤਾਂ ਲੈ ਕੇ ਗੁਜ਼ਾਰਾ ਕਰਦੇ ਨੇ। ਜਿਉਂ-ਜਿਉਂ ਪੰਥ ਦੇ ਵਿੱਚ ਸਿੰਘਾਂ ਦੀ ਗਿਣਤੀ ਵਧੀ ਤਿਉਂ-ਤਿਉਂ ਥੋੜੀ ਮਾਇਆ ਦੀ ਪਦਾਰਥਾਂ ਦੀ ਥੁੜ ਵੀ ਆਉਣ ਲੱਗੀ। ਫਿਰ ਸਿੰਘਾਂ ਨੇ ਜਾ ਕੇ ਜਿਹੜੇ ਸੁਲਤਾਨੀ ਆਦਿਕ ਸਨ ਉਹਨਾਂ ਦੇ ਘਰਾਂ ਵਿੱਚ ਘੂਰ ਘੱਪ ਕਰਕੇ ਉਹਨਾਂ ਕੋਲੋਂ ਪਦਾਰਥ ਲੈਣੇ ਸ਼ੁਰੂ ਕਰ ਦਿੱਤੇ। ਹੌਲੀ ਹੌਲੀ ਸੁਲਤਾਨੀਆਂ ਦਾ ਤੇ ਸਿੰਘਾਂ ਦਾ ਝਗੜਾ ਵੱਧਦਾ ਗਿਆ। ਉਹ ਇਕੱਠੇ ਹੋ ਕੇ ਲਾਹੌਰ ਦਰਬਾਰ ਦੇ ਵਿੱਚ ਗਏ, ਪੁਕਾਰ ਕੀਤੀ। ਉਹਨਾਂ ਨੇ ਸਿੰਘਾਂ ਨੂੰ ਗ੍ਰਿਫਤਾਰ ਕਰਾਉਣਾ ਸ਼ੁਰੂ ਕਰ ਦਿੱਤਾ। ਲਾਹੌਰ ਦਰਬਾਰ ਨੇ ਸਿੰਘਾਂ ਦਾ ਹਰ ਰੋਜ਼ ਕਤਲ ਕਰਨਾ ਸ਼ੁਰੂ ਕਰ ਦਿੱਤਾ। ਪਿੰਡਾਂ ਵਿੱਚੋਂ ਕੀਰਤੀ ਸਿੱਖ ਗ੍ਰਿਫਤਾਰ ਕੀਤੇ ਗਏ। ਜੇ ਕਿਤੇ ਹੋਰ ਵੀ ਕਿਤੇ ਕੋਈ ਸਿੰਘ ਟੱਕਰ ਜਾਏ ਉਹਨੂੰ ਵੀ ਪਕੜ ਕੇ ਗ੍ਰਿਫਤਾਰ ਕਰਕੇ ਸ਼ਹੀਦ ਕਰਨਾ। ਉਹਨਾਂ ਨੇ ਤਰੀਕਾ ਲੱਭ ਲਿਆ, ਕਿਉਂਕਿ ਜਦੋਂ ਸਿੰਘ ਝੱਲਾਂ ਵਿੱਚ ਜਾ ਲੁਕੇ ਤੇ ਸੁਲਤਾਨੀਏ ਕਹਿਣ ਲੱਗੇ ਵੀ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦਾ ਪਰਿਵਾਰ, ਮਾਤਾ ਪਿਤਾ ਆਦਿਕ ਉਹਨਾਂ ਨੂੰ ਗ੍ਰਿਫਤਾਰ ਕਰ ਲਓ। ਤੁਰ ਕੇ ਇਸੇ ਤਰ੍ਹਾਂ ਕਰਨ ਲੱਗੇ। ਪਿੰਡਾਂ ਵਿੱਚ ਜਾ ਕੇ ਸਿੰਘਾਂ ਦੇ ਪਰਿਵਾਰਾਂ ਨੂੰ ਗ੍ਰਿਫਤਾਰ ਕਰਨਾ, ਉਹਨਾਂ ਨੂੰ ਸ਼ਹੀਦ ਕਰਨਾ। ਹੌਲੀ ਹੌਲੀ ਸਿੰਘਾਂ ਨੇ ਵੀ ਇਹਨਾਂ ਦਾ ਟਾਕਰਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਸਮਾਂ ਲੰਘ ਗਿਆ। ਇੱਧਰ ਭਾਈ ਰਤਨ ਸਿੰਘ ਜੀ ਲਿਖਦੇ ਨੇ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਪਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਖਾਲਸੇ ਨੂੰ ਮੁਖਤਿਆਰੀ ਦਿੱਤੀ, ਮੇਵੜੇ ਤੇ ਮਸੰਦਾਂ ਦੇ ਕੋਲੋਂ ਸੇਵਾ ਲੈ ਲਈ, ਕਿਉਂਕਿ ਉਹਨਾਂ ਦਾ ਜੀਵਨ ਭ੍ਰਸ਼ਟ ਹੋ ਗਿਆ ਸੀ। ਹਜ਼ੂਰ ਕਹਿਣ ਲੱਗੇ, ਭਾਈ ਜਾਂ ਤਾਂ ਅੰਮ੍ਰਿਤ ਪਾਨ ਕਰੋ, ਸਿੰਘ ਸੱਜ ਜਾਓ, ਨਹੀਂ ਤਾਂ ਜਿਹੜੇ ਕਰਮ ਤੁਸੀਂ ਕਰਦੇ ਹੋ ਤੁਹਾਡੀ ਪੱਤ ਉਤਰੇਗੀ। ਉਹ ਇਕੱਠੇ ਹੋ ਕੇ ਮਾਤਾ ਗੁਜਰੀ ਦੇ ਪਾਸ ਗਏ। ਉਹਨਾਂ ਨੇ ਜਾ ਕਰਕੇ ਮਾਤਾ ਗੁਜਰੀ ਨੂੰ ਸ਼ਿਕਾਇਤਾਂ ਕੀਤੀਆਂ ਕਿ ਇਹਨਾਂ ਨੂੰ ਬਾਦਸ਼ਾਹ ਆ ਕੇ ਗ੍ਰਿਫਤਾਰ ਕਰ ਲਏਗਾ, ਕਿਉਂਕਿ ਇਹਨਾਂ ਨੇ ਉਹਨਾਂ ਦੇ ਖਿਲਾਫ ਆਵਾਜ਼ ਚੁੱਕੀ, ਇਹ ਬਾਗੀ ਹੋ ਗਏ ਨੇ। ਇਹ ਬਚਨ ਸੁਣ ਕੇ ਮਾਤਾ ਜੀ ਕਹਿੰਦੇ ਤੁਸੀਂ ਸੱਚੀ ਗੱਲ ਕਹਿੰਦੇ ਹੋ। ਉਹਨਾਂ ਨੇ ਉਸੇ ਵਕਤ ਦੀਵਾਨ ਮੁਨਸ਼ੀ ਆਦਿਕ ਸਾਰੇ ਬੁਲਾ ਲਏ। ਆਪਸ ਵਿੱਚ ਸਲਾਹ ਕੀਤੀ ਵੀ ਬਾਬਾ ਜੁਝਾਰ ਸਿੰਘ ਨੂੰ ਗੁਰਤਾ ਗੱਦੀ ਤੇ ਆਪਾਂ ਬਿਠਾ ਦਿੰਦੇ ਹਾਂ। ਜਦੋਂ ਸਤਿਗੁਰਾਂ ਨੂੰ ਇਹ ਬਚਨ ਪਤਾ ਲੱਗੇ ਨਾ, ਹਜ਼ੂਰ ਕਹਿੰਦੇ ਮਸੰਦੋ ਤੁਹਾਡੀ ਮੱਤ ਮਾਰੀ ਗਈ, ਤੁਸੀਂ ਇੰਨੇ ਨੀਚ ਹੋ ਗਏ, ਇੰਨੇ ਗਿਰ ਗਏ। ਜਦੋਂ ਉਹਨਾਂ ਨੇ ਵੇਖਿਆ ਸਾਡੀ ਇੱਥੇ ਦਾਲ ਨਹੀਂ ਗਲਣੀ, ਭਾਈ ਸਾਹਿਬ ਜੀ ਲਿਖਦੇ ਕਿਸੇ ਨਗਰ ਵਿੱਚ ਉਹਨਾਂ ਨੇ ਪੋਥੀ ਸਾਹਿਬ ਦਾ ਸੰਸਕਾਰ ਕੀਤਾ ਤੇ ਉੱਥੇ ਸਮਾਧ ਬਣਾ ਦਿੱਤੀ ਤੇ ਸਮਾਧ ਬਣਾ ਕੇ ਸੰਗਤਾਂ ਨੂੰ ਆਖਿਆ ਵੀ ਇੱਥੇ ਦਰਸ਼ਨ ਕਰੋ ਵੀ ਇਹ ਗੁਰੂ ਦਾ ਸਥਾਨ ਹੈ।
ਜਦੋਂ ਕਲਗੀਧਰ ਜੀ ਨੂੰ ਪਤਾ ਲੱਗਾ, ਫਿਰ ਮਹਾਰਾਜ ਨੇ ਮਸੰਦ ਜਿਹੜੇ ਸੀ ਨਾ ਉਹ ਪਕੜ ਕੇ ਉਹਨਾਂ ਨੂੰ ਮਰਵਾਇਆ, ਕੜਾਹਿਆਂ ਵਿੱਚ ਤਲੇ ਗਏ। ਸਿੰਘਾਂ ਨੂੰ ਆਖਿਆ ਜਿੱਥੇ ਮਸੰਦ ਟੱਕਰਦੇ ਨੇ ਚੰਡੀ ਦੀ ਭੇਟ ਕਰ ਦਿਓ, ਸੋਧਾ ਲਾ ਦਿਓ। ਇਹਦਾ ਮਸੰਦਾਂ ਨੂੰ ਗੁਰੂ ਸਾਹਿਬ ਜੀ ਨੇ ਸਜ਼ਾ ਦਿੱਤੀ ਹੈ। ਆਓ ਹੁਣ ਅਗਲਾ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਮਾਤਾ ਗੁਜਰੀ ਪੀਤਬੈ ਸਤਿਗੁਰ ਮਨਹਿ ਸੋ ਕੀਨਾ। ਜਦੋਂ ਮਸੰਦਾਂ ਨੇ ਮਾਤਾ ਗੁਜਰੀ ਜੀ ਦੇ ਪਾਸ ਜਾ ਕੇ ਗੁਰੂ ਸਾਹਿਬ ਜੀ ਦੇ ਪ੍ਰਤੀ ਨਿੰਦਿਆ ਤੇ ਪੰਥ ਦੇ ਪ੍ਰਤੀ ਨਿੰਦਿਆ ਵਾਲੇ ਬਚਨ ਉਚਾਰਨ ਕੀਤੇ, ਮਾਤਾ ਜੀ ਦੇ ਕੰਨ ਭਰਨ ਦਾ ਯਤਨ ਕੀਤਾ ਤੇ ਮਾਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਆ ਕੇ ਕਹਿਣ ਲੱਗੇ, ਮਹਾਰਾਜ ਮਸੰਦ ਇੱਦਾਂ ਕਹਿੰਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਕਹਿਣ ਲੱਗੇ, ਮਾਤਾ ਜੀ ਖਾਲਸਾ ਪੰਥ ਅਕਾਲ ਪੁਰਖ ਦੇ ਹੁਕਮ ਨਾਲ ਸਾਜਿਆ ਗਿਆ ਹੈ। ਇਹ ਮਸੰਦ ਖਾਲਸੇ ਦੇ ਵਿਰੋਧੀ ਨੇ, ਇਸ ਕਰਕੇ ਇਹਨਾਂ ਮਸੰਦਾਂ ਦੇ ਪਿੱਛੇ ਆਪਾਂ ਨਹੀਂ ਲੱਗਣਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਮਾਤਾ ਜੀ ਨੂੰ ਮਨਾ ਕੀਤਾ ਵੀ ਪੰਥ ਦੀ ਨਿੰਦਿਆ ਦੇ ਵਿੱਚ ਨਾ ਪਵੋ। ਪੰਥ ਖਾਲਸੈ ਹੱਥ ਤੈ ਸਭ ਕਿਛ ਕਿਉ ਕਰ ਦੀਨ। ਮਾਤਾ ਗੁਜਰੀ ਜੀ ਕਹਿਣ ਲੱਗੇ, ਸਤਿਗੁਰੂ ਜੀ ਤੁਸੀਂ ਸਾਰਾ ਕੁਝ ਪੰਥ ਖਾਲਸੇ ਦੇ ਹੱਥ ਵਿੱਚ ਕਿਉਂ ਦਿੱਤਾ ਹੈ? ਹੁਣ ਸਾਰਾ ਕੁਝ ਉਹਨਾਂ ਦੇ ਹੱਥ ਵਿੱਚ ਆ ਗਿਆ, ਉਹ ਖੁਦ ਮੁਖਤਿਆਰ ਹੋ ਗਏ ਨੇ। ਹਰ ਇੱਕ ਚੀਜ਼ ਉਹਨਾਂ ਦੇ ਵੱਸ ਦੇ ਵਿੱਚ ਹੈ, ਉਹਨਾਂ ਦੇ ਹਰ ਇੱਕ ਚੀਜ਼ ਉਹਨਾਂ ਦੇ ਹੱਥ ਵੱਸ ਚੱਲਦੀ ਹੈ। ਇਹ ਦੰਗੀ ਬਹੁ ਦੰਗੋ ਮਚਾਵੇਂ। ਮਾਤਾ ਜੀ ਕਹਿੰਦੇ, ਮਹਾਰਾਜ ਜੀ ਉਹ ਇਹ ਦੰਗੀ ਨੇ, ਭਾਵ ਲੜਾਈ ਕਰਨ ਵਾਲੇ ਤੇ ਹਰ ਰੋਜ਼ ਲੜਾਈ ਕਰਦੇ ਹਨ। ਇਹ ਤਾਂ ਕੋਈ ਨਾ ਕੋਈ ਇੱਥੇ ਇਹੋ ਜੀ ਲੜਾਈ ਕਰ ਜਾਣਗੇ, ਕੋਈ ਇਹੋ ਜਿਹਾ ਕਰਮ ਕਰ ਜਾਣਗੇ, ਉਹ ਬੁਰਾਈ ਜਿਹੜੀ ਆ ਉਹ ਸਾਡੇ ਸਿਰ ਲੱਗ ਜਾਣੀ ਹੈ। ਅਗਰ ਕੋਈ ਬੁਰਾਈ ਸਾਡੇ ਸਿਰ ਤੇ ਲੱਗ ਗਈ ਨਾ ਤੇ ਬਾਦਸ਼ਾਹ ਨੇ ਹਮਲਾ ਕਰ ਦੇਣਾ। ਅਗਰ ਬਾਦਸ਼ਾਹ ਹਮਲਾ ਕਰੇਗਾ ਤੇ ਔਖਾ ਵਕਤ ਬਣ ਜਾਏਗਾ। ਜੇ ਔਖਾ ਵਕਤ ਬਣ ਗਿਆ, ਔਖਾ ਸਮਾਂ ਬਣ ਗਿਆ, ਫਿਰ ਇਹਨਾਂ ਵਿੱਚੋਂ ਸਾਡੇ ਪਾਸ ਕਿਸੇ ਨੇ ਨਹੀਂ ਰਹਿਣਾ, ਸਾਰਿਆਂ ਨੇ ਛੱਡ ਕੇ ਭੱਜ ਜਾਣਾ ਹੈ। ਮਾਤਾ ਜੀ ਕਹਿੰਦੇ, ਲਾਲ ਜੀਓ ਜਿਨ੍ਹਾਂ ਨੂੰ ਤੁਸੀਂ ਹਰ ਰੋਜ਼ ਖਾਸ ਖਾਲਸਾ ਕਹਿੰਦੇ ਹੋ, ਮੇਰੇ ਪੁੱਤਰ ਨੇ, ਮੇਰਾ ਪਿਆਰਾ ਇਹ ਖਾਲਸਾ ਹੈ, ਔਖੇ ਵੇਲੇ ਇਹਨਾਂ ਤੁਹਾਡੇ ਕੰਮ ਨਹੀਂ ਆਉਣਾ। ਇਹ ਤਾਂ ਪਰਾਏ ਪੁੱਤਰ ਨੇ, ਔਖੇ ਵੇਲੇ ਥੋੜਾ ਹੀ ਕਿਸੇ ਦੇ ਕੰਮ ਆਉਣਗੇ। ਜਿਹੜੇ ਤੁਹਾਡੇ ਆਪਣੇ ਜਾਏ ਹੋਏ ਸਾਹਿਬਜ਼ਾਦੇ ਨੇ, ਤੁਹਾਡੇ 4 ਪੁੱਤਰ ਨੇ, ਉਹਨਾਂ 4 ਪੁੱਤਰਾਂ ਨੂੰ ਤੁਸੀਂ ਪਿੱਛੇ ਹਟਾ ਦਿੱਤਾ ਹੈ ਤੇ ਤੁਸੀਂ ਆਪਣੇ ਸਿੰਘਾਂ ਨਾਲ ਪੁੱਤਰਾਂ ਨਾਲੋਂ ਵੀ ਜ਼ਿਆਦਾ ਪ੍ਰੇਮ ਕਰਦੇ ਹੋ। ਜਦੋਂ ਮਾਤਾ ਗੁਜਰੀ ਜੀ ਨੇ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅਜਿਹੇ ਬਚਨ ਕਹੇ ਹਨ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਮਾਤਾ ਜੀ ਦੇ ਇਹ ਬਚਨ ਮੰਨੇ ਨਹੀਂ, ਸਹਿਮਤੀ ਨਹੀਂ ਪ੍ਰਗਟਾਈ। ਮਾਤਾ ਜੀ ਨੂੰ ਜਵਾਬ ਦੇਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਤਰ੍ਹਾਂ ਬਚਨ ਕਹਿੰਦੇ ਹਨ। ਗੁਰੂ ਸਾਹਿਬ ਜੀ ਕਹਿਣ ਲੱਗੇ, ਹੇ ਮਾਤਾ ਗੁਜਰੀ ਜੀਓ, ਤੁਸੀਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਨਾ ਹਰ ਰੋਜ਼ ਕਹਿੰਦੇ ਹੋ ਵੀ ਉੱਜੜ ਜਾਣਾ, ਉੱਜੜ ਜਾਣਾ। ਜਿਵੇਂ ਤੁਹਾਨੂੰ ਲੋਕ ਕਹਿੰਦੇ ਆ ਨਾ, ਤੁਸੀਂ ਉਸੇ ਤਰ੍ਹਾਂ ਆ ਕੇ ਸਾਨੂੰ ਕਹਿ ਦਿੰਦੇ ਹੋ। ਪਰ ਮਾਤਾ ਜੀ ਯਾਦ ਰੱਖਿਓ, ਇਹ ਬਚਨ ਵਾਰ-ਵਾਰ ਕਹਿਣ ਦੇ ਨਾਲ ਖੁਦ ਆਪਣੇ ਆਪ ਉੱਜੜ ਜਾਵਾਂਗੇ। ਉਹਦਾ ਕਾਰਨ ਇਹ ਹੈ ਕਿ ਮਸੰਦ ਗੁਰੂ ਖਾਲਸੇ ਪੰਥ ਦੀ ਨਿੰਦਿਆ ਕਰਦੇ ਨੇ ਤੇ ਤੁਸੀਂ ਉਹ ਨਿੰਦਿਆ ਜਿਹੜੀ ਸਾਡੇ ਕੋਲ ਆ ਕੇ ਕਰਦੇ ਹੋ ਖਾਲਸੇ ਪੰਥ ਦੀ, ਤੇ ਪੰਥ ਦੀ ਨਿੰਦਿਆ ਕਰਨ ਵਾਲਾ ਉੱਜੜ ਜਾਂਦਾ ਹੈ। ਇਸ ਕਰਕੇ ਮਾਤਾ ਜੀ ਤੁਸੀਂ ਇਹਨਾਂ ਲੋਕਾਂ ਦੇ ਪਾਸੋਂ ਪੰਥ ਦੀ ਨਿੰਦਿਆ ਨਾ ਸੁਣਿਆ ਕਰੋ, ਸਿੰਘਾਂ ਦੇ ਖਿਲਾਫ ਕੋਈ ਵੀ ਮਾੜਾ ਬਚਨ ਨਾ ਸੁਣਿਆ ਕਰੋ। ਜਿਹੜੀ ਨਿੰਦਿਆ ਉਹ ਕਰਦੇ ਨੇ ਨਾ, ਤੁਸੀਂ ਉਹ ਨਿੰਦਿਆ ਆਪ ਵੀ ਸਿੰਘਾਂ ਦੀ ਕਰਦੇ ਹੋ। ਉਹ ਚੀਜ਼ ਜਿਹੜੀ ਹੈ ਨਾ ਤੁਹਾਡੇ ਘਰ ਦੇ ਵਿੱਚ ਪੈ ਗਈ, ਕਿਉਂਕਿ ਨਿੰਦਕਾਂ ਨੇ ਤੁਹਾਨੂੰ ਭਰਮਾ ਲਿਆ
ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੰਗ ਕਰਦੇ ਨੇ ਤੇ ਬਾਦਸ਼ਾਹ ਆਵੇਗਾ ਤੇ ਸਾਨੂੰ ਸਾਰਿਆਂ ਨੂੰ ਗ੍ਰਿਫਤਾਰ ਕਰ ਲਏਗਾ। ਤੁਹਾਡੇ ਮਨ ਵਿੱਚ ਇਹ ਵਹਿਮ ਪੈ ਗਿਆ ਵੀ ਸਾਡੇ ਕੋਲ ਤਾਕਤ ਸਮਰੱਥਾ ਨਹੀਂ। ਮਾਤਾ ਜੀ ਅਸੀਂ ਕੋਈ ਪਾਤਸ਼ਾਹੀ ਨਹੀਂ ਲੈਣੀ, ਅਸੀਂ ਜ਼ੁਲਮ ਦੇ ਖਿਲਾਫ ਖੜੇ ਹੋਏ ਹਾਂ ਤੇ ਉਹਦੇ ਖਿਲਾਫ ਟਾਕਰਾ ਕਰਨਾ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕੀਤੀ ਹੈ। ਤੋ ਸਤਿਗੁਰ ਸ੍ਰੀ ਖਾਲਸੇ ਆਗਿਆ ਜੋ ਕਰ ਦੀਨ। ਇਸ ਕਰਕੇ ਮਾਤਾ ਜੀ ਪੰਥ ਦੀ ਨਿੰਦਿਆ ਤੁਸੀਂ ਨਾ ਸੁਣਿਆ ਕਰੋ। ਇਹ ਬਚਨ ਮੇਰੇ ਪਾਤਸ਼ਾਹ ਜੀ ਨੇ ਮਾਤਾ ਗੁਜਰੀ ਜੀ ਨੂੰ ਆਖੇ ਹਨ। ਉਪਰੰਤ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਮੂਹ ਖਾਲਸੇ ਪੰਥ ਨੂੰ ਇਹ ਆਗਿਆ ਦਿੱਤੀ, ਹੁਕਮ ਦਿੱਤਾ ਹੈ। ਸ਼ੰਕ ਨਾ ਕਰਿਓ ਕਿਸੇ ਕੀ, ਜੋ ਲੱਭੈ ਸੋ ਖਾਹੋ ਚੀਨ। ਹਜ਼ੂਰ ਜੀ ਕਹਿਣ ਲੱਗੇ ਖਾਲਸਾ ਜੀ ਸ਼ੰਕਾ ਨਹੀਂ ਕਰਨੀ ਕਿਸੇ ਗੱਲ ਦੀ, ਤੇ ਤੁਸੀਂ ਜੋ ਵੀ ਲੱਭਦਾ ਹੈ ਨਾ ਖੋ ਕੇ ਖਾ ਲਓ, ਭਾਵ ਲੁੱਟ ਕੇ ਖਾ ਲਓ। ਇਹਦਾ ਕਾਰਨ ਕਿ ਜਿਹੜੇ ਅਮੀਰ ਲੋਕਾਂ ਨੂੰ ਤੰਗ ਕਰਦੇ ਨੇ ਉਹਨਾਂ ਨੂੰ ਜਾ ਕੇ ਲੁੱਟੋ, ਜਿਹੜੇ ਦੂਜਿਆਂ ਦਾ ਲਹੂ ਪੀਂਦੇ ਦੂਸਰਿਆਂ ਨੂੰ ਤੰਗ ਕਰਦੇ ਹਨ। ਕਈ ਵਾਰ ਸਿੰਘਨ ਗਏ ਝੂਠ। ਇਸ ਤਰ੍ਹਾਂ ਫਿਰ ਕਈ ਵਾਰ ਸਿੰਘਾਂ ਨੇ ਪਹਾੜੀਆਂ ਤੇ ਪਰਬਤੀਆਂ ਤੇ ਹਮਲਾ ਕੀਤਾ ਤੇ ਉਹਨਾਂ ਨੂੰ ਲੁੱਟਿਆ ਹੈ। ਕਮਲੋਟ ਨਗਰ ਪੈਂਦਾ ਸੀ ਇੱਥੇ ਨਜ਼ਦੀਕ ਪਹਾੜਾਂ ਦੀਆਂ ਦੂਨਾਂ ਵਿੱਚ, ਸਿੰਘਾਂ ਨੇ ਉਹਦੇ ਤੇ ਹਮਲਾ ਕੀਤਾ ਤੇ ਲੁੱਟ ਲਿਆ। ਕੋਈ ਹੁਣ ਮਨ ਵਿੱਚ ਸ਼ੰਕਾ ਕਰੇ, ਵਹਿਮ ਕਰੇ ਵੀ ਗੁਰੂ ਸਾਹਿਬ ਨੇ ਸਿੰਘਾਂ ਨੂੰ ਇਉਂ ਕਿਉਂ ਆਖਿਆ ਵੀ ਜਾ ਕੇ ਲੁੱਟ ਲਓ ਉਹਨਾਂ ਨੂੰ। ਉਹਦਾ ਕਾਰਨ ਇਹ ਸੀ ਕਿ ਇੱਥੋਂ ਦੇ ਪਹਾੜੀਏ ਸਿੰਘਾਂ ਨੂੰ ਲੁੱਟਦੇ ਸਨ। ਜਦੋਂ ਵੀ ਇੱਥੋਂ ਸਿੱਖਾਂ ਨੇ ਲੰਘਣਾ ਤੇ ਉਹਨਾਂ ਲੁੱਟ ਲੈਣਾ, ਸਾਰਾ ਕੁਝ ਸਿੱਖਾਂ ਦਾ ਖੋਹ ਲੈਣਾ। ਹਜ਼ੂਰ ਕਹਿੰਦੇ ਇਦਾਂ ਨਹੀਂ, ਪਿਆਰ ਨਾਲ ਨਹੀਂ ਇਹਨਾਂ ਨੇ ਸਮਝਣਾ, ਇਹਨਾਂ ਵਾਲਾ ਤਰੀਕਾ ਅਪਣਾ ਲਓ, ਜਾਓ ਜਾ ਕੇ ਇਹਨਾਂ ਦੇ ਨਗਰਾਂ ਤੇ ਹਮਲਾ ਕਰੋ ਤੇ ਲੁੱਟ ਲਓ ਇਹਨਾਂ ਨੂੰ। ਇਸ ਤਰ੍ਹਾਂ ਫਿਰ ਸਿੰਘਾਂ ਨੇ ਵਰਤਾਰਾ ਜਿਹੜਾ ਸੀ ਉਹ ਸ਼ੁਰੂ ਕਰ ਦਿੱਤਾ, ਇਹਨਾਂ ਪਰਬਤੀਆਂ ਪਹਾੜੀਆਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਇੱਕ ਝੱਖੀ ਪਿੰਡ ਪੈਂਦਾ ਜਿੱਥੇ ਨਰਵੋਗੜ੍ਹ ਦਾ ਕਿਲ੍ਹਾ ਹੈ ਤੇ ਨਾਲ ਹੀ ਕਮਲੋਟ ਪੈਂਦਾ। ਇਹ ਜਿੰਨੇ ਵੀ ਨੇੜੇ ਤੇੜੇ ਪਿੰਡ ਸਨ ਪਰਬਤੀਆਂ ਦੇ ਪਹਾੜੀਆਂ ਦੇ, ਸਿੰਘਾਂ ਨੇ ਲੁੱਟ-ਪੁੱਟ ਲਏ ਹਨ। ਜਿੰਨੇ ਵੀ ਦੂਣਾ ਵਿੱਚ ਟਿੱਬੇ ਆਦਿਕ ਸਨ ਪਹਾੜਾਂ ਦੇ, ਛੋਟੀਆਂ ਵੱਡੀਆਂ ਪਹਾੜੀਆਂ ਵਿੱਚ ਨਗਰ ਵਸੇ ਸਨ, ਪਿੰਡ ਵਸੇ ਸਨ, ਜਿਹੜੇ ਖਾਲਸੇ ਪੰਥ ਨੂੰ ਗਰੀਬਾਂ ਨੂੰ ਤੰਗ ਕਰਦੇ ਸਨ, ਸਿੰਘਾਂ ਨੇ ਸਭ ਮਲੀਆਂ ਮੇਟ ਕਰ ਦਿੱਤੇ ਹਨ। ਹੁਣ ਵੇਖੋ ਜਦੋਂ ਆਪ ਵਾਅਦਾ ਕਰਦੇ ਨੇ ਉਦੋਂ ਤਾਂ ਇਹ ਚਾਹੁੰਦੇ ਵੀ ਦੂਸਰਾ ਦੱਬ ਕੇ ਰਹੇ, ਪਰ ਜਦੋਂ ਸਿੰਘਾਂ ਨੇ ਆ ਕੇ ਉਹਨਾਂ ਦੀ ਕੀਤੀ ਦਾ ਫਲ ਉਹਨਾਂ ਨੂੰ ਭੁਗਤਾ ਦਿੱਤਾ ਤੇ ਫਿਰ ਉਹਨਾਂ ਨੂੰ ਲੱਗਿਆ ਵੀ ਸਾਡੇ ਨਾਲ ਵਾਅਦਾ ਹੋ ਗਿਆ। ਪਰਬਤੀਏ ਇਕੱਠੇ ਹੋ ਕੇ ਆ ਗਏ ਤੇ ਉਹਨਾਂ ਨੇ ਸਿੰਘਾਂ ਨਾਲ ਜੰਗ ਸ਼ੁਰੂ ਕਰ ਦਿੱਤਾ ਹੈ। ਤੇ ਸਿੰਘਾਂ ਨੇ ਫਿਰ ਕਈ ਵਾਰੀ ਇੱਥੋਂ ਪਹਾੜੀਏ ਰਾਜੇ ਜਿਹੜੇ ਮੈਦਾਨੇ ਜੰਗ ਵਿੱਚੋਂ ਭਜਾ ਦਿੱਤੇ ਹਨ। ਇੱਕ ਵਾਰੀ ਨਹੀਂ ਕਈ ਵਾਰੀ ਪਹਾੜੀ ਚੜ੍ਹ ਕੇ ਆਏ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉੱਪਰ। ਕਈ ਵਾਰੀ ਜੰਗ ਹੋਇਆ ਤੇ ਸਾਧ ਸੰਗਤ ਜੀ ਉਹ ਅਖੀਰ ਉਹ ਫਿੱਕੇ ਜਿਹੇ ਹੋ ਗਏ। ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਵਸ ਗੁਰੂ ਸਾਹਿਬ ਤੇ ਨਹੀਂ ਚੱਲਣਾ ਤੇ ਟਿਕ ਕੇ ਆਪਣੇ ਘਰ ਦੇ ਵਿੱਚ ਸ਼ਰਮਿੰਦਗੀ ਨਾਲ ਬਹਿ ਗਏ ਹਨ। ਸਿੰਘਾਂ ਨੇ ਫਿਰ ਉਹਨਾਂ ਦਾ ਮੁਲਕ ਗੁਰਾਹਣਾ ਸ਼ੁਰੂ ਕਰ ਦਿੱਤਾ ਵੀ ਸਾਨੂੰ ਟੈਕਸ ਦਿਓ। ਗਰੀਬਾਂ ਨੂੰ ਆਖਿਆ ਤੁਹਾਡੀ ਜ਼ਮੀਨ ਹੈ, ਆਪਣੀ ਜ਼ਮੀਨ ਵਾਹੋ, ਸਰਕਾਰ ਨੂੰ ਟੈਕਸ ਦੇਣ ਦੀ ਲੋੜ ਨਹੀਂ, ਜਿੰਨੀ ਕੁ ਜ਼ਰੂਰਤ ਹੈ, ਜਿੰਨਾ ਕੁ ਸਾਡਾ ਹੱਕ ਬਣਦਾ ਉਨਾ ਕੁ ਟੈਕਸ ਸਾਨੂੰ ਦੇਣਾ ਸ਼ੁਰੂ ਕਰ ਦਿਓ। ਇਹਦਾ ਇੱਕ ਹੋਰ ਬਹੁਤ ਵੱਡਾ ਕਾਰਨ ਹੈ, ਪਹਾੜੀਏ ਕਿਉਂ ਸਤਿਗੁਰਾਂ ਨਾਲ ਖਾਰ ਖਾਂਦੇ ਸਨ। ਜਦੋਂ ਗੁਰੂ ਸਾਹਿਬ ਜੀ ਕੋਲ ਸੰਗਤਾਂ ਆਨੰਦਪੁਰ ਸਾਹਿਬ ਆਉਂਦੀਆਂ ਸਨ ਤੇ ਉਹ ਕਹਿੰਦੇ ਵੀ ਸਾਨੂੰ ਤੁਸੀਂ ਟੈਕਸ ਦਿਓ। ਪਹਾੜੀਏ ਸਿੰਘਾਂ ਨੂੰ ਸਤਿਗੁਰਾਂ ਨੂੰ ਇਹ ਗੱਲ ਕਹਿਣ ਲੱਗ ਪਏ। ਗੁਰੂ ਸਾਹਿਬ ਕਹਿੰਦੇ ਤੁਹਾਨੂੰ ਟੈਕਸ ਕਾਹਦਾ ਦਈਏ? ਸਾਡੇ ਪਿਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦੀ ਜ਼ਮੀਨ ਖਰੀਦੀ ਹੈ ਤੁਹਾਡੇ ਬਜ਼ੁਰਗਾਂ ਕੋਲੋਂ। ਭੀਮ ਚੰਦ ਨੂੰ ਕਹਿੰਦੇ ਤੇਰੇ ਦਾਦੇ ਕੋਲੋਂ ਜ਼ਮੀਨ ਖਰੀਦੀ ਗੁਰੂ ਸਾਹਿਬ ਨੇ। ਜਦੋਂ ਸਤਿਗੁਰਾਂ ਨੇ ਉਹ ਜ਼ਮੀਨ ਖਰੀਦੀ, ਪੈਸੇ ਦੇ ਕੇ, ਮਾਇਆ ਦੇ ਕੇ ਜ਼ਮੀਨ ਖਰੀਦੀ, ਅਸੀਂ ਟੈਕਸ ਕਿਉਂ ਦਈਏ? ਸਾਡੀ ਜ਼ਮੀਨ ਹੈ, ਸਾਡਾ ਹੱਕ ਹੈ। ਹਾਂ ਤੇਰੀ ਜ਼ਮੀਨ ਤੇ ਰਹਿੰਦੇ ਹੋਈਏ ਤੂੰ ਸਾਨੂੰ ਆਖ ਸਕਦਾ ਵੀ ਟੈਕਸ ਦਿਓ, ਪਰ ਇਹ ਜ਼ਮੀਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਨੇ ਖਰੀਦੀ, ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਮ ਬੋਲਦੀ ਹੈ, ਇਸ ਕਰਕੇ ਅਸੀਂ ਤੈਨੂੰ ਟੈਕਸ ਨਹੀਂ ਦੇਣਾ। ਦੂਜੀ ਗੱਲ ਸਾਡੀ ਖੁਦ ਦੀ ਮੁਖਤਿਆਰੀ ਪਾਤਸ਼ਾਹੀ ਹੈ, ਤੂੰ ਸਾਡੇ ਕੋਲੋਂ ਟੈਕਸ ਨਹੀਂ ਲੈ ਸਕਦਾ।
ਇਸ ਗੱਲ ਕਰਕੇ ਉਹਨੂੰ ਚਿੜ ਮੱਚਦੀ ਸੀ ਵੀ ਸਾਡੇ ਨਜ਼ਦੀਕ ਰਹਿੰਦੇ ਨੇ ਪਹਾੜਾਂ ਵਿੱਚ, ਪਰ ਸਾਨੂੰ ਟੈਕਸ ਨਹੀਂ ਦਿੰਦੇ। ਅਖੀਰ ਸਿੰਘਾਂ ਨੇ ਫਿਰ ਉਹਨਾਂ ਤੇ ਟੈਕਸ ਲਾ ਦਿੱਤਾ। ਸਿੰਘਾਂ ਦਾ ਟੈਕਸ ਲਾਉਣ ਦਾ ਤਰੀਕਾ ਵੱਖਰਾ ਸੀ, ਗੌਰਮੈਂਟ ਦਾ ਟੈਕਸ ਲਾਉਣ ਦਾ ਤਰੀਕਾ ਵੱਖਰਾ ਸੀ। ਉਹ ਲੋਕਾਂ ਨੂੰ ਕਹਿੰਦੇ ਸਨ ਜ਼ਮੀਨ ਤੁਹਾਡੀ ਪਰ ਨਾ ਸਾਡੇ, ਜ਼ਮੀਨ ਤੁਹਾਡੀ ਨਾ ਸਾਡੇ, ਤੁਸੀਂ ਜ਼ਮੀਨ ਵਾਹੋਗੇ ਤੁਹਾਨੂੰ ਸਿਰਫ ਖਾਣ ਲਈ ਮਿਲੇਗਾ, ਵੀ ਤੁਸੀਂ ਇੱਕ ਟਾਈਮ ਦੀ ਰੋਟੀ ਖਾ ਸਕੋ, ਬਾਕੀ ਸਾਡਾ ਹੈ। ਪਰ ਸਿੰਘਾਂ ਨੇ ਟੈਕਸ ਲਾਇਆ, ਜ਼ਮੀਨ ਵੀ ਤੁਹਾਡੀ, ਜਿੰਨੀ ਮਿਹਨਤ ਤੁਸੀਂ ਕਰੋਗੇ ਸਾਰਾ ਕੁਝ ਤੁਹਾਨੂੰ ਮਿਲੇਗਾ, ਪਰ ਉਹਦੇ ਵਿੱਚੋਂ ਕੁਝ ਹਿੱਸਾ ਗੁਰੂ ਕੇ ਖਾਲਸੇ ਦਾ ਹੈ। ਇਹਦੇ ਨਾਲ ਵੀ ਤੁਹਾਡਾ ਗੁਜ਼ਾਰਾ ਚੱਲੇਗਾ ਤੇ ਸਾਡੇ ਪੰਥ ਦਾ ਗੁਜ਼ਾਰਾ ਵੀ ਚੱਲੇਗਾ। ਇਸ ਪ੍ਰਕਾਰ ਸਿੰਘਾਂ ਨੇ ਉੱਥੇ ਉਗਰਾਹੀ ਕਰਨੀ ਜਿਹੜੀ ਸ਼ੁਰੂ ਕਰ ਦਿੱਤੀ ਹੈ। ਇਹ ਕਹਿਲੂਰੀਏ ਜਿਹੜੇ ਸਨ, ਕਹਿਲੂਰ ਇੱਕ 22 ਧਾਰ ਦੀ ਇੱਕ ਰਿਆਸਤ ਸੀ, ਜਿਵੇਂ 22 ਧਾਰ ਦੀਆਂ ਉੱਥੇ 22 ਰਿਆਸਤਾਂ ਸਨ, ਉਹਨਾਂ ਵਿੱਚ ਇੱਕ ਰਿਆਸਤ ਸੀ ਕਹਿਲੂਰ, ਜਿੱਥੇ ਰਾਜਾ ਭੀਮ ਚੰਦ ਰਾਜ ਕਰਦਾ ਸੀਗਾ। ਇਸ ਤਰ੍ਹਾਂ ਉਹਨੇ ਸਾਰੇ 22 ਧਾਰ ਦੇ ਰਾਜੇ ਇਕੱਠੇ ਕਰ ਲਏ ਤੇ ਫਰਿਆਦੀ ਬਣ ਕੇ ਦਿੱਲੀ ਵਿਖੇ ਚਲੇ ਗਏ ਹਨ। ਇਸ ਤਰ੍ਹਾਂ ਉਹਨੇ 22 ਧਾਰ ਦੇ ਸਾਰੇ ਪਰਬਤੀ ਰਾਜੇ ਆਪਣੇ ਨਾਲ ਲੈ ਲਏ ਹਨ। ਭਾਈ ਰਤਨ ਸਿੰਘ ਜੀ ਕਹਿੰਦੇ ਇਸ ਤਰ੍ਹਾਂ 22 ਥਾਣੇ, 22 ਥਾਣੇ ਦਾ ਭਾਵ ਵੀ 22 ਜਿਹੜੇ ਰਾਜੇ ਸਨ ਉਹ ਨਾਲ ਗਏ ਹਨ ਪਰਬਤੀਏ। ਜਿਹੜੀ ਇੱਧਰ ਹੇਠਾਂ ਜਲੰਧਰ ਦੀ ਧਾਰ ਸੀ ਨਾ, ਜਿਹਦੇ ਵਿੱਚ ਮੁਕੇਰੀਆਂ, ਹੁਸ਼ਿਆਰਪੁਰ ਆਦਿਕ ਦਸੂਹਾ ਇਲਾਕੇ ਆ ਜਾਂਦੇ ਨੇ, ਇਹ 7 ਧਾਰਾਂ ਗਿਣੀਆਂ ਜਾਂਦੀਆਂ ਸਨ 22 ਧਾਰਾਂ ਦੇ ਵਿੱਚੋਂ। ਉਹਨੇ 22 ਧਾਰ ਦੇ ਰਾਜੇ ਲੈ ਲਏ ਤੇ ਭਾਈ ਸਾਹਿਬ ਕਹਿੰਦੇ ਨਾਲ ਨਾਲ ਜਲੰਧਰ ਦੇ ਇਲਾਕੇ ਦੇ ਵਿੱਚ ਜਿਹੜੀਆਂ 7 ਧਾਰਾਂ ਸਨ, ਇੱਥੋਂ ਦੇ ਰਾਜੇ ਵੀ ਉਹਨੇ ਨਾਲ ਲੈ ਲਏ ਹਨ। ਇਸ ਤਰ੍ਹਾਂ ਗੁਰਮੁਖੋ ਇਹਨਾਂ ਨੇ ਸਭ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਆ ਕੇ ਨਾ ਲੜਾਈ ਕੀਤੀ। ਜਲੰਧਰ ਦਾ ਜਿਹੜਾ ਸੂਬਾ ਸੀ ਫੌਜਾਂ ਲੈ ਕੇ 7 ਧਾਰਾਂ ਦੇ ਰਾਜਿਆਂ ਨੂੰ ਨਾਲ ਲੈ ਕੇ ਤੇ ਸ੍ਰੀ ਆਨੰਦਪੁਰ ਸਾਹਿਬ ਤੇ ਧਾਵਾ ਬੋਲਦਾ ਹੈ। ਪਰ ਮੈਦਾਨੇ ਜੰਗ ਵਿੱਚ ਉਹ 22 ਧਾਰ ਦੇ ਪਹਾੜੀ ਰਾਜੇ ਸਿੰਘਾਂ ਕੋਲੋਂ ਹਾਰ ਖਾ ਕੇ ਦੌੜ ਗਏ ਹਨ। ਇਸ ਤਰ੍ਹਾਂ ਜਿਹੜੇ ਉਹ ਰਾਜੇ ਸਨ ਬੜੇ ਸ਼ਰਮਿੰਦੇ ਹੋ ਗਏ। ਉਹਨਾਂ ਵੇਖਿਆ ਵੀ ਅਸੀਂ ਬਚਪਨ ਤੋਂ ਖਾਨਦਾਨੀ ਸਿਪਾਹੀ ਆ, ਸਾਡੇ ਵੱਡੇ ਵਡੇਰੇ ਵੀ ਸਿਪਾਹੀ ਸਨ, ਰਾਜਪੂਤ ਰਾਜੇ ਅਸੀਂ ਕਹਿਲਾਉਂਦੇ ਹਾਂ, ਪਰ ਰਾਜਪੂਤ ਰਾਜੇ ਕਹਿਲਾਉਣ ਤੋਂ ਬਾਅਦ ਅਸੀਂ ਉਹਨਾਂ ਕੋਲੋਂ ਹਾਰ ਗਏ ਜਿਨ੍ਹਾਂ ਨੇ ਅੱਜ ਸ਼ਸਤਰ ਚੁੱਕੇ ਨੇ। ਉਹ ਸ਼ਰਮਿੰਦਗੀ ਦੇ ਮਾਰੇ ਆਪਣੇ ਘਰਾਂ ਦੇ ਵਿੱਚ ਟਿੱਕੇ ਬਹਿ ਗਏ ਹਨ। ਇੱਕ ਹੋਰ ਮਸਲਾ ਖੜਾ ਹੋ ਗਿਆ। ਜਿਹੜਾ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਸੀਗਾ, ਉਹਦਾ ਇਹ ਟੈਕਸ ਭਰਦੇ ਸਨ। ਹੁਣ ਮੁਲਕ ਸਿੰਘਾਂ ਨੇ ਉਗਰਾ ਲਿਆ, ਲੋਕਾਂ ਨੇ ਇਹਨਾਂ ਨੂੰ ਟੈਕਸ ਨਹੀਂ ਦਿੱਤਾ ਤੇ ਇਹਨਾਂ ਨੇ ਜਿਹੜਾ ਟੈਕਸ ਜਾ ਕੇ ਉੱਥੇ ਤਾਰਨਾ ਸੀ ਉਹ ਇਹ ਟੈਕਸ ਨਾ ਦੇ ਸਕੇ। ਔਰੰਗਜ਼ੇਬ ਨੇ ਫਿਰ ਆਪਣੀਆਂ ਫੌਜਾਂ ਭੇਜੀਆਂ ਵੀ ਜਾਓ ਜਾ ਕੇ ਪਰਬਤੀਆਂ ਕੋਲੋਂ ਟੈਕਸ ਲੈ ਕੇ ਆਓ। ਤੇ ਜਦੋਂ ਉਥੋਂ ਫੌਜਾਂ ਚੜ੍ਹ ਕੇ ਆ ਗਈਆਂ 22 ਧਾਰ ਰਾਜਿਆਂ ਉੱਪਰ, ਤੇ ਭੀਮ ਚੰਦ ਮਹਾਰਾਜ ਕੋਲ ਆ ਗਿਆ ਵੀ ਤੁਸੀਂ ਹੁਣ ਮੇਰੀ ਮਦਦ ਕਰੋ ਮਹਾਰਾਜ, ਵੀ ਇੱਥੇ ਤਾਂ ਫੌਜ ਚੜ੍ਹ ਕੇ ਆ ਗਈ ਔਰੰਗਜ਼ੇਬ ਦੀ। ਗੁਰੂ ਸਾਹਿਬ ਨੇ ਸਿੰਘ ਭੇਜੇ ਵੀ ਜਾਓ ਭਾਈ ਜਾ ਕੇ ਇਹਨਾਂ ਦੀ ਮਦਦ ਕਰੋ। ਪਾਤਸ਼ਾਹ ਆਪ ਹੀ ਨਾਲ ਆਏ। ਮੈਦਾਨੇ ਜੰਗ ਵਿੱਚ ਜੰਗ ਸ਼ੁਰੂ ਹੋ ਗਿਆ ਤੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਪਹਾੜੀ ਰਾਜਿਆਂ ਨੂੰ ਵੀ ਆਪਣੀਆਂ ਫੌਜਾਂ ਨੂੰ ਕਹੋ ਵੀ ਉੱਤੇ ਕੋਈ ਨਿਸ਼ਾਨੀ ਲਾ ਲੈਣ, ਨਹੀਂ ਤਾਂ ਸਿੰਘਾਂ ਨੇ ਸਾਰੇ ਸੋਧ ਦੇਣੇ ਨੇ ਵਿੱਚੇ ਪਰਬਤੀਏ ਤੇ ਵਿੱਚੇ ਤੁਰਕ। ਫਿਰ ਉਹਨਾਂ ਨੇ ਲੈ ਕੇ ਆਪਣੇ ਸੀਸ ਉੱਪਰ ਜਿਹੜੇ ਹਰੇ ਰੰਗ ਦਾ ਘਾਹ ਸਿੱਟੇ ਆਦਿਕ ਜਿਹੜੇ ਸਨ ਲੈ ਕੇ ਉਹ ਨਿਸ਼ਾਨੀ ਲਾ ਲਈ ਵੀ ਅਸੀਂ ਪਹਾੜੀਏ ਆ। ਇਸ ਤਰ੍ਹਾਂ ਸਿੰਘਾਂ ਨੇ ਉੱਥੋਂ ਸਾਰੀਆਂ ਫੌਜਾਂ ਔਰੰਗਜ਼ੇਬ ਦੀਆਂ ਮਾਰ ਭਜਾਈਆਂ ਮੈਦਾਨੇ ਜੰਗ ਵਿੱਚੋਂ। ਤੇ ਸਾਧ ਸੰਗਤ ਗੁਰੂ ਸਾਹਿਬ ਜੀ ਨੇ ਜੰਗ ਸਮਾਪਤ ਕੀਤਾ। ਭੀਮ ਚੰਦ ਬੜਾ ਖੁਸ਼ ਹੋਇਆ, ਨਜ਼ਰਾਨੇ ਲੈ ਕੇ ਆਇਆ, ਭਟਾਵਾਂ ਲੈ ਕੇ ਆਇਆ ਵੀ ਤੁਹਾਡੀ ਕਿਰਪਾ ਹੋ ਗਈ। ਤੇ ਸਤਿਗੁਰੂ ਹਲੇ ਉੱਥੇ ਹੀ ਸਨ ਤੇ ਇਹਨੇ ਅੰਦਰ ਖਾਤੇ ਉਹਨਾਂ ਨਾਲ ਸੁਲ੍ਹਾ ਵੀ ਕਰ ਲਈ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭੀਮ ਚੰਦ ਤੂੰ ਪੱਥਰ ਪੂਜਕ, ਤੇਰੀ ਮੱਤ ਪੱਥਰ ਹੈ ਤੇ ਤੇਰੇ ਵਰਗੇ ਬੰਦੇ ਤੇ ਭਰੋਸਾ ਕਦੇ ਨਹੀਂ ਕਰਨਾ ਚਾਹੀਦਾ। ਗੁਰੂ ਸਾਹਿਬ ਕਹਿੰਦੇ ਹਲੇ ਤਾਂ ਇੱਕ ਰਾਤ ਵੀ ਨਹੀਂ ਲੰਘੀ, ਤੂੰ ਜਾ ਕੇ ਫਿਰ ਉਹਨਾਂ ਦੇ ਨਾਲ ਰਲ ਗਿਆ। ਗੁਰੂ ਸਾਹਿਬ ਜੀ ਨੇ ਉਸੇ ਵਕਤ ਰਾਤ ਨੂੰ ਨਗਾਰਾ ਵਜਵਾਇਆ, ਸਿੰਘਾਂ ਨੂੰ ਆਖਿਆ ਚਲੋ ਸ੍ਰੀ ਆਨੰਦਪੁਰ ਸਾਹਿਬ। ਆ ਜਿਹੜਾ ਕਮਲੋਟ ਨਗਰ ਹੋਰ ਨਗਰਾਂ ਦਾ ਜ਼ਿਕਰ ਕਰਦੇ, ਉਦੋਂ ਸਿੰਘਾਂ ਨੇ ਫਤਿਹ ਕੀਤੇ ਸਨ ਤੇ ਜਾਂਦਿਆਂ ਜਾਂਦਿਆਂ ਸਭ ਮਿੱਟੀ 'ਚ ਮਿਲਾ ਗਏ ਸਨ ਸਿੰਘ। ਸਾਧ ਸੰਗਤ ਜੀਓ, ਇਹ ਖੋਟੇ ਲੋਕ ਸਨ ਅੰਦਰੋਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਮਝ ਗਏ
ਵੀ ਇਹ ਲੋਕ ਇਹਨਾਂ ਦੀ ਮਦਦ ਵੀ ਕਰਾਂਗੇ। ਸੱਪੈ ਦੁੱਧ ਪਿਆਲੀਐ ਵਿਖ ਮੂੰਹੋਂ ਸੱਟੈ। ਭਾਈ ਗੁਰਦਾਸ ਜੀ ਕਹਿੰਦੇ ਸੱਪ ਨੂੰ ਦੁੱਧ ਪਿਆਓ ਤੇ ਉਹਨੇ ਜ਼ਹਿਰ ਹੀ ਸੱਟਣਾ। ਹਜ਼ੂਰ ਕਹਿੰਦੇ ਵੀ ਇਹ ਲੋਕ ਸਵਾਰਥੀ ਲੋਕ ਨੇ, ਕਿਸੇ ਦੇ ਨਹੀਂ ਬਣ ਸਕਦੇ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਇਹਨਾਂ ਦੀ ਉਗਰਾਹੀ ਦੇਣੀ ਰਹਿ ਗਈ ਦਿੱਲੀ ਦਰਬਾਰ ਨੂੰ, ਭਾਵ ਟਕੇ ਦੇਣੇ, ਟੈਕਸ ਤਾਰਨਾ ਜਿਹੜਾ ਰਹਿ ਗਿਆ। ਇਹਨਾਂ ਕੋਲ ਪੈਸੇ ਨਹੀਂ ਸਨ, ਪਰ ਭਾਈ ਸੰਤੋਖ ਸਿੰਘ ਜੀ ਨੇ ਇੱਕ ਗੱਲ ਲਿਖੀ ਹੈ ਵੀ ਜਾਣ ਬੁੱਝ ਕੇ ਟੈਕਸ ਨਹੀਂ ਸਨ ਦਿੰਦੇ ਦਿੱਲੀ ਦਰਬਾਰ ਦਾ। ਇਹ ਚਾਹੁੰਦੇ ਸਨ ਵੀ ਅਸੀਂ ਆਪਣਾ ਟੈਕਸ ਬਚਾ ਲਈਏ ਤੇ ਉਸ ਮਾਮਲੇ ਵਿੱਚ ਗੁਰੂ ਘਰ ਦੇ ਨਾਲ ਦਿੱਲੀ ਦਰਬਾਰ ਦਾ ਵਿਰੋਧ ਜਿਹੜਾ ਵਧਾ ਦਈਏ। ਹਮਾਰੀ ਮਦਦ ਕਰੋ। ਇਹ ਇਕੱਠੇ ਹੋ ਕੇ ਗਏ ਦਿੱਲੀ, ਆਖਦੇ ਹੇ ਬਾਦਸ਼ਾਹ ਕਿਰਪਾ ਕਰੋ, ਆਪ ਜੀ ਸਾਡੀ ਮਦਦ ਕਰੋ। ਨਹੀਂ ਤਾਂ ਮਾਮਲੋ ਨਹੀਂ ਕੋ ਭਰੋ। ਤੇ ਜੇ ਤੁਸੀਂ ਸਾਡੀ ਮਦਦ ਨਾ ਕੀਤੀ ਤੇ ਅੱਜ ਤੋਂ ਬਾਅਦ ਅਸੀਂ ਮਾਮਲਾ ਉਹਨਾਂ ਦਾ ਭਰਾਂਗੇ, ਕਿਉਂਕਿ ਉਹ ਸਾਡੇ ਮੁਲਕ ਵਿੱਚੋਂ ਆ ਕੇ ਮਾਮਲਾ ਉਗਰਾਉਂਦੇ ਨੇ। ਜਾਂ ਸਾਡੀ ਮਦਦ ਕਰੋ ਤੇ ਜਾਂ ਸਾਨੂੰ ਮਾਮਲਾ ਮਾਫ ਕਰ ਦਿਓ, ਅਸੀਂ ਉਹਨਾਂ ਨੂੰ ਮਾਮਲਾ ਦੇਣਾ ਸ਼ੁਰੂ ਕਰ ਦਿਆਂਗੇ। ਇਹ ਗੱਲ ਸੁਣ ਕੇ ਔਰੰਗਜ਼ੇਬ ਸੜ ਬਲ ਗਿਆ। ਉਹਨੇ ਤੁਰੰਤ ਹੁਕਮ ਦਿੱਤਾ ਤੇ ਫੌਜਾਂ ਤਿਆਰ ਕਰ ਦਿੱਤੀਆਂ ਹਨ। ਪਹਾੜੀ ਕਹਿਣ ਲੱਗੇ ਵੀ ਉਹਨਾਂ ਦੇ ਕੋਲ ਤਾਂ ਬੜੀ ਮਾਇਆ ਆਉਂਦੀ, ਬੜਾ ਪੈਸਾ ਆਉਂਦਾ ਹੈ। ਉਹਨਾਂ ਨੇ ਫੌਜਾਂ ਵੀ ਬੜੀਆਂ ਇਕੱਠੀਆਂ ਕਰ ਲਈਆਂ ਤੇ ਉਹ ਸਾਰੇ ਹਿੰਦੁਸਤਾਨ ਦਾ ਆਪਣੇ ਆਪ ਨੂੰ ਗੁਰੂ ਵੀ ਕਹਾਉਂਦੇ ਹਨ। ਹੇ ਬਾਦਸ਼ਾਹ, ਉਹ ਤੁਹਾਡੀ ਜਿੰਦ ਖਤਮ ਕਰਨਾ ਚਾਹੁੰਦੇ ਨੇ, ਤੁਹਾਨੂੰ ਜਾਨੋਂ ਮਾਰਨਾ ਚਾਹੁੰਦੇ ਨੇ ਤੇ ਰਾਜ ਭਾਗ ਆਪਣੇ ਹੱਥ ਵਿੱਚ ਲੈਣਾ ਚਾਹੁੰਦੇ ਹਨ। ਪਹਾੜੀ ਕਹਿੰਦੇ ਉਹ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾਉਂਦੇ ਹਨ ਤੇ ਤੁਹਾਨੂੰ ਉਹ ਝੂਠਾ ਸ਼ਾਹ ਕਹਿੰਦੇ ਨੇ, ਝੂਠਾ ਬਾਦਸ਼ਾਹ ਕਹਿੰਦੇ, ਆਪਣੇ ਆਪ ਨੂੰ ਸੱਚਾ ਕਹਿੰਦੇ ਨੇ। ਦਾਸ ਨੇ ਪਹਿਲਾਂ ਵੀ ਅਰਜ਼ ਕੀਤੀ ਸੀ ਕਿ ਗੁਰੂ ਸਾਹਿਬ ਜੀ ਸੱਚਾ ਪਾਤਸ਼ਾਹ ਕਿਉਂ ਨੇ? ਕਿਉਂਕਿ ਉਹ ਮੁਕਤੀ ਬਖਸ਼ਿਸ਼ ਕਰਦੇ, ਲੋਕ ਤੇ ਪਰਲੋਕ ਸਿੱਖ ਦਾ ਸੁਹੇਲਾ ਕਰਦੇ ਨੇ, ਸਭ ਨਾਲ ਨਿਆਂ ਕਰਦੇ ਨੇ, ਚਾਹੇ ਇੱਥੇ ਦੀ ਗੱਲ ਹੋਵੇ ਤੇ ਚਾਹੇ ਦਰਗਾਹ ਦੀ ਗੱਲ ਹੋਵੇ। ਹਰ ਦਰਗ ਹੈ ਕਾਬਾ ਸੀਠ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਸੀ ਕਿ ਜਿਹੜੇ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਨੇ, ਗੁਰੂ ਗੋਬਿੰਦ ਸਿੰਘ ਸਾਹਿਬ, ਉਹ ਦਰਗਾਹ ਦੇ ਵਕੀਲ ਨੇ ਤੁਹਾਡੇ। ਜਿੱਥੇ ਜਾਓਗੇ ਤੁਹਾਡੀ ਹਾਮੀ ਭਰਨਗੇ, ਇੱਥੇ ਵੀ ਨਿਆਂ ਕਰਨਗੇ, ਦਰਗਾਹ ਵਿੱਚ ਵੀ ਤੁਹਾਡਾ ਨਿਆਂ ਕਰਨਗੇ। ਤੇ ਆ ਝੂਠੇ ਬਾਦਸ਼ਾਹ ਇਹ ਇੱਥੇ ਵੀ ਨਿਆਂ ਨਹੀਂ ਕਰਦੇ, ਦਰਗਾਹ ਵਿੱਚ ਆਪ ਲੇਖਾ ਦਿੰਦੇ ਨੇ ਜਾ ਕੇ। ਇਸ ਕਰਕੇ ਦੁਨਿਆਵੀ ਰਾਜੇ ਕੂੜੇ ਰਾਜੇ ਹਨ। ਪਹਾੜੀ ਕਹਿੰਦੇ ਉਹਨਾਂ ਦੇ ਕੋਲ ਕਰੋੜਾਂ ਦਾ ਦਰਬ, ਕਰੋੜਾਂ ਦਾ ਧਨ ਹੈ, ਉਹਨਾਂ ਨੂੰ ਕਿਸੇ ਪਦਾਰਥ ਦੀ ਕਮੀ ਨਹੀਂ ਹੈ। ਤੇ ਕਈ ਇਹ ਵੀ ਕਹਿੰਦੇ ਨੇ ਵੀ ਉਹਨਾਂ ਕੋਲ ਰਸਾਇਣੀ ਹੈ, ਇੱਕ ਤਰ੍ਹਾਂ ਦਾ ਉਹ ਰਸ, ਰਸਾਇਣੀ ਦਾ ਭਾਵ ਰਸਾਂ ਦਾ ਘਰ, ਇੱਕ ਪ੍ਰਕਾਰ ਦੀ ਉਹ ਵਿਦਿਆ ਜਿਹਨੂੰ ਰਸਾਇਣ ਵਿਦਿਆ ਕਹਿੰਦੇ ਨੇ, ਜਿਹਦੇ ਨਾਲ ਸਾਧ ਸੰਗਤ ਜੀ ਪਦਾਰਥ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਇੱਕ ਰਸਾਇਣੀ ਵਿਦਿਆ ਉਹ ਹੁੰਦੀ ਹੈ ਜਿਹਦੇ ਨਾਲ ਸਰੀਰ ਜਵਾਨ ਰੱਖਿਆ ਜਾਂਦਾ ਹੈ। ਦੂਜਾ ਰਸਾਇਣੀ ਦਾ ਅਰਥ ਇਹ ਵੀ ਪੜ੍ਹਨ ਨੂੰ ਮਿਲਿਆ ਵੀ ਇੱਕ ਪ੍ਰਕਾਰ ਦਾ ਪਾਰਸ ਪੱਥਰ, ਜਿਹਦੇ ਨਾਲ ਕਿਸੇ ਪ੍ਰਕਾਰ ਦੀ ਜਿਹੜੀ ਧਾਤ ਹੁੰਦੀ ਹੈ ਉਹਨੂੰ ਬਦਲਿਆ ਜਾ ਸਕਦਾ, ਸੋਨਾ ਬਣਾਇਆ ਜਾ ਸਕਦਾ। ਸੋ ਲੋਕ ਕਹਿੰਦੇ ਵੀ ਉਹਨਾਂ ਦੇ ਕੋਲ ਰਸਾਇਣ ਹੈ, ਪਰ ਉਹਨਾਂ ਭਲੇ ਮਾਨਸਾਂ ਨੂੰ ਕੌਣ ਆਖੇ? ਜੋ ਮੰਗ ਹੈ ਸੋਈ ਸੋਈ ਪਾਵਹਿ, ਸੇਵ ਹਰ ਕੇ ਚਰਨ ਰਸਾਇਣ। ਉਥੇ ਤਾਂ ਕਲਗੀਧਰ ਜੀ ਦੇ ਚਰਨ ਹੀ ਰਸਾਇਣ ਨੇ, ਜਿਹੜੇ ਆ ਕੇ ਸੇਵਾ ਕਰਦੇ, ਜੋ ਮੰਗਦੇ ਉਹਨਾਂ ਨੂੰ ਫਲ ਪ੍ਰਾਪਤ ਹੋ ਜਾਂਦਾ ਹੈ। ਉਹ ਸੋਚਦੇ ਨੇ ਵੀ ਕੋਈ ਹੋਰ ਰਸਾਇਣ ਇਹਨਾਂ ਨੇ ਰੱਖਿਆ, ਕੋਈ ਪਾਰਸ ਰੱਖਿਆ, ਕੋਈ ਰਸਾਇਣ ਵਿਦਿਆ ਇਹਨਾਂ ਨੇ ਆਪਣੇ ਕੋਲ ਰੱਖੀ ਹੋਈ ਹੈ। ਇਸ ਪ੍ਰਕਾਰ ਰਾਜੇ ਭੀਮ ਚੰਦ ਕਹਿਲੂਰੀਏ ਨੇ ਇਹ ਗੱਲ ਔਰੰਗਜ਼ੇਬ ਨੂੰ ਆਖੀ ਹੈ। ਇਹ ਸੁਣ ਕੇ ਔਰੰਗਜ਼ੇਬ ਬਾਦਸ਼ਾਹ ਦੇ ਮਨ ਦੇ ਵਿੱਚ ਚਿੰਤਾ ਪੈ ਗਈ ਹੈ। ਆ ਜਿਵੇਂ ਅੱਜ ਦਾ ਸਮਾਂ ਨਾ, ਵੋਟਾਂ ਦੇ ਵਿੱਚ ਕੋਈ ਨਵੀਂ ਪਾਰਟੀ ਖੜੀ ਹੋ ਜਾਂਦੀ ਹੈ ਨਾ ਜਦੋਂ, ਤੇ ਦੂਜੀਆਂ ਨੂੰ ਖਤਰਾ ਪੈ ਜਾਂਦਾ ਵੀ ਕਿਤੇ ਇਹ ਨਾ ਹੋਵੇ ਵੀ ਇਹ ਸਾਡੇ ਤੇ ਵੀ ਭਾਰੂ ਪੈ ਜਾਣ। ਦੋ ਤਾਂ ਹੁੰਦੀਆਂ ਹੀ ਨੇ, ਬਾਕੀ ਤਾਂ ਛੋਟੀਆਂ ਮੋਟੀਆਂ ਹੁੰਦੀਆਂ, ਪਰ ਇੱਕ ਤਾਕਤਵਾਰ ਜਦੋਂ ਹੋਰ ਖੜਾ ਹੋਣਾ ਸ਼ੁਰੂ ਹੋ ਜਾਏ ਨਾ, ਉਹ ਫਿਰ ਦੋਨੇ ਰਲ ਜਾਂਦੀਆਂ ਨੇ ਆਪਸ ਵਿੱਚ, ਭਾਵੇਂ ਇੱਕ ਦੂਜੇ ਦੇ ਕੱਟੜ ਵਿਰੋਧੀ ਹੁੰਦੇ ਵੀ ਇਹ ਨਾ ਖੜਾ ਹੋ ਜਾਏ। ਤੇ ਹੋਇਆ ਉੱਥੇ ਵੀ ਇਨਵੇਂ ਇਸੇ ਪ੍ਰਕਾਰ, ਇੱਕ ਪਾਸੇ ਇਸਲਾਮ ਸੀਗਾ, ਇੱਕ ਪਾਸੇ ਪਰਬਤੀ ਹਿੰਦੂ ਰਾਜੇ ਸਨ। ਉਹਨਾਂ ਸੋਚਿਆ ਵੀ ਤੀਜਾ ਪੰਥ ਵੀ ਪੈਦਾ ਹੋ ਗਿਆ, ਇਹ ਤਾਂ ਸਾਡਾ ਰਾਜ ਖੋਹ ਲੈਣਗੇ।
ਤੇ ਉਹ ਦੋਨੇ ਆਪਸ ਵਿੱਚ ਰਲ ਕੇ ਵੀ ਇੱਕ ਨੂੰ ਦਬਾ ਦਈਏ, ਇਹਨਾਂ ਨੂੰ ਖਤਮ ਕਰ ਦਈਏ, ਮੁੜ ਕੇ ਆਪੇ ਨਜਿੱਠ ਲਵਾਂਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਸੋਚ ਕੇ ਔਰੰਗਜ਼ੇਬ ਬਾਦਸ਼ਾਹ ਕਹਿੰਦਾ ਵੀ ਕਿਤੇ ਇਹ ਨਾ ਹੋਵੇ ਵੀ ਫੌਜਾਂ ਲੈ ਕੇ ਮੇਰੇ ਤੇ ਚੜ ਕੇ ਆ ਜਾਣ, ਕਿਤੇ ਦਿੱਲੀ ਹਮਲਾ ਨਾ ਕਰ ਦੇਣ। ਕੱਚੀ ਬਲਾਏ ਅਬ ਲਈਏ ਦਬਾਏ। ਇਹ ਕੱਚੀ ਬਲਾ ਹੈ ਅਜੇ ਖਾਲਸਾ, ਤੇ ਇਹਨਾਂ ਨੂੰ ਆਪਾਂ ਹੁਣੇ ਦਬਾ ਲੈਨੇ ਆ, ਹੁਣੇ ਦੱਬ ਗਏ ਤੇ ਮੁੜ ਕੇ ਫਿਰ ਇਹ ਖੜੇ ਨਹੀਂ ਹੋਵਣਗੇ। ਦੋਹਰਾ 10 ਲੱਖ ਫੌਜ ਕਾਬਲ ਦਰੈ, ਪਤ ਦਿੱਲੀ ਹੁੰਦੀ ਰਖਾਏ। ਭਾਈ ਰਤਨ ਸਿੰਘ ਜੀ ਕਹਿੰਦੇ ਉਸ ਸਮੇਂ 10 ਲੱਖ ਦੀ ਜਿਹੜੀ ਫੌਜ ਸੀਗੀ ਔਰੰਗਜ਼ੇਬ ਬਾਦਸ਼ਾਹ ਨੇ ਕਾਬਲ ਦੇ ਦਰ ਤੇ ਰੱਖੀ ਹੋਈ ਸੀ ਇਸ ਇਲਾਕੇ ਵਿੱਚ, ਵੀ ਜਦੋਂ ਇੱਥੇ ਕਿਤੇ ਲੋੜ ਪੈ ਜਾਏ ਉਹ ਫੌਜ ਦੀ ਵਰਤੋਂ ਕਰ ਸਕੇ। ਬੜੋ ਗੁਰੂ ਪਰ ਧਾਏ। ਇਸ ਪ੍ਰਕਾਰ ਸਾਧ ਸੰਗਤ ਜੀ ਨੇ ਉਸੇ ਵਕਤ ਜਿਹੜਾ ਆ ਦਰਾਂ ਖੈਬਰ ਦਾ ਇਲਾਕਾ ਪੈਂਦਾ ਨਾ, ਜਿੱਥੇ ਜਮਰੌਦ ਦਾ ਕਿਲਾ ਸੀ, ਤੇ ਸਾਧ ਸੰਗਤ ਜੀ ਹਰੀ ਸਿੰਘ ਨਲੂਆ ਜਿੱਥੇ ਉਹਨੇ ਜੰਗ ਕੀਤਾ ਪਠਾਣਾਂ ਦੇ ਨਾਲ ਦਰਾਂ ਖੈਬਰ ਦੇ ਇਲਾਕੇ ਵਿੱਚ, ਤੇ ਸ਼ਹੀਦ ਹੋਇਆ ਜਮਰੌਦ ਦੇ ਕਿਲੇ ਵਿੱਚ, ਉਸ ਇਲਾਕੇ ਵਿੱਚ ਇਹਦੀ ਫੌਜ ਸੀ ਉਸ ਵਕਤ। ਇਹਨੇ ਰੁੱਕਾ ਭੇਜ ਦਿੱਤਾ, ਭਾਵ ਚਿੱਠੀ ਲਿਖ ਕੇ ਭੇਜ ਦਿੱਤੀ ਹੈ, ਤੇ ਪੜੋ ਗੁਰੂ ਪਰ ਧਾਏ, ਹੁਕਮ ਕੀਤਾ ਜਾਓ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉੱਪਰ ਹਮਲਾ ਕਰ ਦਿਓ। ਚਾਰ ਵੱਲ ਤੈ ਫੌਜ ਸੋ ਦੌੜੀ। ਇਸ ਪ੍ਰਕਾਰ ਚੌਂ ਪਾਸਿਆਂ ਤੋਂ ਫੌਜਾਂ ਹੁਕਮ ਪਾ ਕੇ ਦੌੜ ਪਈਆਂ, ਗੁਰੂ ਗੋਬਿੰਦ ਸਿੰਘ ਸਾਹਿਬ ਤੇ ਧਾਵਾ ਬੋਲ ਦਿੱਤਾ ਹੈ। ਦੇਰ ਸੰਗ ਕਾਹਲ ਦੌੜੀ। ਭਾਈ ਸਾਹਿਬ ਜੀ ਕਹਿੰਦੇ ਨੇ ਵੀ ਖਰਬੂਜਾ ਹੋਵੇ ਨਾ, ਛੁਰੀ ਧਾਲੇ ਦੇਰੀ ਦੇ ਨਾਲ ਉਹਦੇ ਵਿੱਚੋਂ ਲੰਘੇਗੀ, ਪਰ ਕਹਿੰਦੇ ਫੌਜਾਂ ਉਹਦੇ ਨਾਲੋਂ ਵੀ ਹੁਕਮ ਮੰਨ ਕੇ ਤੇਜ਼ ਹੋ ਗਈਆਂ ਵੀ ਜਾ ਕੇ ਆਨੰਦਪੁਰ ਸਾਹਿਬ ਤੇ ਹਮਲਾ ਕਰਨਾ ਹੈ। ਜਿਹੜੇ ਕੁਝ ਕੁ ਸਿੱਖ ਉੱਥੇ ਨੌਕਰੀਆਂ ਕਰਦੇ ਸਨ, ਉਹ ਵੀ ਸਮਾਂ ਸੀ ਜਦੋਂ ਤੁਰਕਾਂ ਦੇ ਕੋਲ ਕੁਝ ਸਿੰਘ ਸਰਕਾਰੀ ਨੌਕਰ ਸਨ, ਫੌਜਾਂ ਦੇ ਵਿੱਚ ਡਿਊਟੀ ਆਪਣੀ ਕਰਦੇ ਸਨ, ਤੇ ਜਦੋਂ ਉਹਨਾਂ ਸਿੱਖਾਂ ਨੂੰ ਪਤਾ ਲੱਗਿਆ ਵੀ ਇਹ ਆਨੰਦਪੁਰ ਸਾਹਿਬ ਤੇ ਹਮਲਾ ਕਰਨ ਚੱਲੇ ਹਨ, ਸਾਰੀਆਂ ਗੱਲਾਂ ਸੁਣ ਸੁਣ ਕੇ ਉਹਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਤੁਰੰਤ ਖਬਰ ਭੇਜ ਦਿੱਤੀ ਹੈ। ਆਨੰਦਪੁਰ ਸਾਹਿਬ ਜਦੋਂ ਖਬਰ ਪਤਾ ਲੱਗੀ ਵੀ ਦੁਸ਼ਮਣਾਂ ਨੇ ਧਾਵਾ ਬੋਲ ਦਿੱਤਾ ਤੇ ਲੋਕਾਂ ਵਿੱਚ ਭਾਜੜਾਂ ਪੈ ਗਈਆਂ ਹਨ। ਲੋਕਾਂ ਨੂੰ ਭੱਜਣ ਵਾਸਤੇ ਗਲੀ ਨਹੀਂ ਲੱਭਦੀ, ਰਾਹ ਨਹੀਂ ਲੱਭਦਾ ਵੀ ਕਿੱਧਰੋਂ ਭੱਜੀਏ ਤੇ ਕਿਹੜੇ ਪਾਸੇ ਜਾਈਏ, ਕਿਉਂਕਿ ਫੌਜਾਂ ਚਾਰ ਚਫੇਰਿਓਂ ਚੜ ਕੇ ਆ ਗਈਆਂ ਹਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਿੱਖਾਂ ਨੂੰ ਉਪਦੇਸ਼ ਦਿੰਦੇ ਰਹੇ, ਧੀਰਜ ਧਰਾਉਂਦੇ ਰਹੇ, ਭਾਈ ਧੀਰਜ ਰੱਖੋ। ਹੁਣ ਆਪਾਂ ਜੇ ਸੋਚੀਏ ਵੀ ਕੀ ਵਾਕਿਆ ਹੀ ਜਿਹਨਾਂ ਅੰਮ੍ਰਿਤਪਾਨ ਕੀਤਾ ਸੀ ਵੀ ਉਹਨੇ ਇੰਨੇ ਢਿੱਲੇ ਸਿੱਖ ਸਨ, ਐਸਾ ਨਹੀਂ ਸੀਗਾ। ਥੋੜਾ ਜਿਹਾ ਗਹੁ ਨਾਲ ਵਿਚਾਰੀਏ ਨਾ, ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਭਾਈ ਸਾਹਿਬ ਨੇ ਨਿਰਣਾ ਵੀ ਕੀਤਾ, ਉਹ ਖਾਲਸੇ ਨੇ। ਉੱਥੇ ਕੁਝ ਲੋਕ ਵਪਾਰੀ ਰਹਿੰਦੇ ਸਨ। ਆਨੰਦਪੁਰ ਸਾਹਿਬ ਜਦੋਂ ਨਗਰ ਗੁਰੂ ਸਾਹਿਬ ਨੇ ਵਸਾਇਆ, ਚਾਰ ਚਫੇਰੇ ਤੋਂ ਲੋਕ ਉੱਥੇ ਆ ਕੇ ਰਹਿਣ ਲੱਗੇ ਸਨ। ਵਪਾਰੀਏ ਵਪਾਰ ਕਰਦੇ ਸਨ, ਕਿਉਂਕਿ ਸੰਗਤਾਂ ਦੀ ਗਿਣਤੀ ਆਵਾਜਾਈ ਬਹੁਤ ਜ਼ਿਆਦਾ ਹੁੰਦੀ ਸੀ ਉੱਥੇ ਉਹ ਲੋਕ ਵੀ ਰਹਿੰਦੇ ਸਨ। ਹੋਰ ਵੀ ਚਾਰ ਚਫੇਰੇ ਤੋਂ ਜਿਹੜੇ ਲੋਕ ਗਰੀਬ ਮਾਤੜ ਸਨ, ਉਹ ਵੀ ਆ ਕੇ ਰਹਿਣ ਲੱਗੇ, ਕਿਉਂਕਿ ਹਰ ਕਿਸੇ ਦੀ ਮਦਦ ਗੁਰੂ ਸਾਹਿਬ ਨੇ ਕੀਤੀ। ਘਰ ਲੋਕਾਂ ਨੂੰ ਬਣਾ ਕੇ ਦਿੱਤੇ, ਉਹਨਾਂ ਦੀ ਮਦਦ ਵੀ ਕੀਤੀ ਗੁਰੂ ਸਾਹਿਬ ਜੀ ਨੇ ਜਦੋਂ ਇਹ ਨਗਰ ਵਸਾਇਆ। ਪਰ ਜਦੋਂ ਆਨੰਦਪੁਰ ਸਾਹਿਬ ਤੇ ਹਮਲਾ ਹੋਇਆ, ਸਭ ਤੋਂ ਪਹਿਲਾਂ ਭਾਜੜ ਉਹਨਾਂ ਲੋਕਾਂ ਨੂੰ ਪਈ। ਉਹਨਾਂ ਨੇ ਸੋਚਿਆ ਵੀ ਅਸੀਂ ਤਾਂ ਵਪਾਰ ਕਰਨ ਆਏ ਸੀ, ਵੀ ਸੁੱਖ ਨਾਲ ਰਵਾਂਗੇ, ਇੱਥੇ ਤਾਂ ਕੁਝ ਹੋਰ ਬਣ ਗਿਆ। ਸਿੱਖ ਤਾਂ ਰਹਿੰਦੇ ਹੀ ਰਹਿੰਦੇ ਸਨ, ਪਰ ਉਹ ਵੀ ਲੋਕ ਰਹਿੰਦੇ ਸਨ ਜਿਹੜੇ ਹੋਰ ਸਨ। ਇਸ ਤਰ੍ਹਾਂ ਉਹਨਾਂ ਲੋਕਾਂ ਨੂੰ ਭਾਜੜਾਂ ਪੈ ਗਈਆਂ। ਗੁਰੂ ਸਾਹਿਬ ਉਹਨਾਂ ਨੂੰ ਧੀਰਜ ਰਖਵਾਉਂਦੇ ਰਹੇ ਵੀ ਧੀਰਜ ਰੱਖੋ, ਕੋਈ ਨਹੀਂ ਭਾਈ, ਅਕਾਲ ਪੁਰਖ ਸਾਡੀ ਮਦਦ ਕਰੇਗਾ, ਤੁਸੀਂ ਚਿੰਤਾ ਨਾ ਕਰੋ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਿਰਪਾ ਕਰਨਗੇ, ਸਾਡੀ ਸਹਾਇਤਾ ਕਰਨਗੇ। ਪਰ ਉਹ ਬਿਨਾਂ ਪੁੱਛਿਆ ਲੋਕ ਉਹਨਾਂ ਨੂੰ ਆਪੋ ਧਾਪੀ ਪੈ ਗਈ ਤੇ ਭੱਜਣ ਨੂੰ ਪੈ ਗਏ ਵੀ ਫਟਾਫਟ ਇੱਥੋਂ ਨਿਕਲ ਜਾਵੋ। ਸਤਿਗੁਰੂ ਬੜਾ ਆਖਦੇ ਰਹੇ ਵੀ ਹਟ ਜਾਓ ਭਾਈ, ਨਾ ਦੌੜੋ, ਪਰ ਉਹ ਗੁਰੂ ਸਾਹਿਬ ਦਾ ਬਚਨ ਉਹਨਾਂ ਨਾ ਮੰਨਿਆ ਤੇ ਉਹ ਚਾਹੁੰਦੇ ਸਨ ਵੀ ਅਸੀਂ ਆਨੰਦਪੁਰ ਛੱਡ ਜਾਈਏ। ਹਜ਼ੂਰ ਵਾਰ-ਵਾਰ ਕਹਿੰਦੇ, ਖਾਲਸਾ ਜੀ ਦ੍ਰਿੜਤਾ ਧਾਰਨ ਕਰੋ, ਅੰਦਰ ਸਿਦਕ ਰੱਖੋ। ਕਰਤਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਉਣਗੇ, ਸਾਡੀ ਰੱਖਿਆ ਕਰਨਗੇ, ਸਹਾਇਤਾ ਕਰਨਗੇ।
ਪਰ ਸਾਧ ਸੰਗਤ ਜੀ ਆਈ ਚੌਤਰਫੋਂ ਹੋਏ, ਆ ਗਈ ਫੌਜ, ਚਾਰ ਚੁਫੇਰਿਓਂ ਰੌਲਾ ਪੈ ਗਿਆ ਲੋਕਾਂ ਦੇ ਵਿੱਚ। ਆਠ ਸਕੇ ਕਰ ਨੰਨੇ ਕੋਏ। ਸਾਧ ਸੰਗਤ ਜੀ ਕਹਿੰਦੇ ਨੇ, ਉਹ ਕਹਿੰਦੇ ਵੀ ਬੜੇ ਡਾਢੇ ਨੇ ਤੁਰਕ ਜਿਹੜੇ ਚੜ ਕੇ ਆ ਰਹੇ ਨੇ, ਬੜੀ ਸਖਤੀ ਨਾਲ ਚੜ ਕੇ ਆ ਰਹੇ ਨੇ, ਨੱਠ ਜਾਓ ਛੇਤੀ, ਇਹ ਨਾ ਹੋਵੇ ਫੌਜ ਹੁਣੇ ਆ ਜਾਏ, ਕਿਤੇ ਸ਼ਾਮ ਨੂੰ ਆ ਜਾਏ, ਕਿਤੇ ਰਾਤ ਨੂੰ ਨਾ ਆ ਜਾਏ। ਇਸ ਤਰ੍ਹਾਂ ਲੋਕਾਂ ਵਿੱਚ ਭਾਜੜਾਂ ਮਚ ਗਈਆਂ ਹਨ। ਰਾਜੇ ਬਾਈ ਆਏ। ਇਧਰ ਜਿਹੜੇ 22 ਧਾਰ ਦੇ ਜਿਹੜੇ ਡੋਗਰੇ ਸਨ ਉਹ ਚੜ ਕੇ ਆ ਗਏ ਹਨ। ਇਧਰ ਜਲੰਧਰੀਏ ਜਿਹੜੇ ਸਨ ਉਹ ਵੀ ਲੈ ਕੇ ਫੌਜਾਂ ਆਪਣੇ ਇਲਾਕੇ ਦੀਆਂ, ਉਹ ਵੀ ਅਨੰਦਪੁਰ ਸਾਹਿਬ ਆ ਗਏ। ਇਹ ਡੋਗਰੇ ਉਹ ਸਨ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਸਿੱਖ ਕੌਮ ਨਾਲ, ਸਿੱਖ ਪੰਥ ਦੇ ਨਾਲ ਦਗਾ ਕਮਾਇਆ। ਜਦੋਂ ਸਾਧ ਸੰਗਤ ਹਰੀ ਸਿੰਘ ਨਲੂਏ ਦੀ ਵੀ ਸ਼ਹਾਦਤ ਹੋਈ ਨਾ ਜਮਰੌਦ ਦੇ ਵਿੱਚ, ਖਰਾ ਦੈਬਰ ਜਦੋਂ ਪਠਾਨ ਚੜ ਕੇ ਆ ਗਏ, ਫੌਜਾਂ ਚੜ ਕੇ ਆ ਗਈਆਂ, ਤੇ ਭਾਈ ਸਾਹਿਬ ਨੇ ਚਿੱਠੀ ਲਿਖੀ ਹਰੀ ਸਿੰਘ ਨਲੂਏ ਨੇ ਵੀ ਸਾਨੂੰ ਫੌਜਾਂ ਭੇਜੋ, ਸਾਡੀ ਮਦਦ ਕਰੋ। ਇਹਨਾਂ ਨੇ ਚਿੱਠੀ ਨਹੀਂ ਸੀ ਜਾਣ ਦਿੱਤੀ। ਉਹਨਾਂ ਨੂੰ ਪਤਾ ਲੱਗ ਗਿਆ ਵੀ ਡੋਗਰਿਆਂ ਨੇ ਸ਼ੈਤਾਨੀ ਕੀਤੀ ਹੈ, ਤੇ ਫਿਰ ਆਪ ਹੀ ਮੈਦਾਨੇ ਜੰਗ ਵਿੱਚ ਜਾ ਕੇ ਜੂਝੇ। ਨਿਸ਼ਾਨ ਸਿੰਘ ਪੰਜ ਹੱਥਾ, ਜਾਇਬ ਸਿੰਘ, ਇਸੇ ਪ੍ਰਕਾਰ ਹਰੀ ਸਿੰਘ ਨਲੂਆ ਆਪ ਜੰਗ ਕਰਦੇ ਰਹੇ। ਇੱਕ ਵਾਰ ਤਾਂ ਪਠਾਨ ਭਜਾ ਦਿੱਤੇ ਉਹਨਾਂ ਨੇ ਉੱਥੋਂ, ਪਰ ਮੁੜ ਕੇ ਜਦੋਂ ਪਠਾਨ ਜਾ ਕੇ ਪਹਾੜਾਂ ਵਿੱਚ ਲੁਕ ਗਏ ਨਾ, ਤੇ ਸਿੰਘਾਂ ਨੇ ਪਿੱਛੋਂ ਹਮਲਾ ਕੀਤਾ, ਤੇ ਹਰੀ ਸਿੰਘ ਨਲੂਆ ਕਹਿੰਦਾ ਰਿਹਾ ਵੀ ਹਟ ਜਾਓ ਭਾਈ, ਉਹ ਚਲੇ ਗਏ ਨੇ, ਪਿੱਛੋਂ ਨਾ ਮਾਰੋ, ਕਿਤੇ ਇਹ ਨਾ ਹੋਵੇ ਵੀ ਉਹ ਮੁੜ ਕੇ, ਕਿਉਂਕਿ ਉਹ ਕਿਸੇ ਤਾਕ 'ਚ ਵੀ ਬੈਠੇ ਹੋ ਸਕਦੇ ਨੇ ਨਾ, ਯੁੱਧ ਨੀਤੀ ਆ, ਕੋਈ ਨੀਤੀ ਵਰਤਦੇ ਹੋਣਗੇ। ਐਸਾ ਹੀ ਹੋਇਆ। ਉਹਨਾਂ ਨੇ ਖਦਸ਼ਾ ਦੱਸਿਆ, ਖਦਸ਼ਾ ਦਰਸਾਇਆ, ਹੋਇਆ ਇਦਾਂ ਹੀ। ਗੋਲੀ ਚੱਲੀ ਤੇ ਭਾਈ ਨਿਸ਼ਾਨ ਸਿੰਘ ਪੰਜ ਹੱਥੇ ਨੂੰ ਗੋਲੀ ਲੱਗ ਗਈ। ਉਹਨੂੰ ਬਚਾਉਂਦਿਆਂ, ਉਹਨਾਂ ਦਾ ਖਿਆਲ ਰੱਖਦਿਆਂ ਹਰੀ ਸਿੰਘ ਨਲੂਆ ਮੈਦਾਨੇ ਜੰਗ ਵਿੱਚ ਜੂਝੇ। ਉਹਨਾਂ ਦੇ ਸਰੀਰ ਵਿੱਚ ਗੋਲੀਆਂ ਲੱਗੀਆਂ ਤੇ ਜਮਰੌਦ ਦੇ ਕਿਲ੍ਹੇ ਵਿੱਚ ਵਾਪਸ ਆਏ। ਉਹਨਾਂ ਸਰੀਰ ਤਿਆਗਿਆ ਜਮਰੌਦ ਦੇ ਕਿਲ੍ਹੇ ਵਿੱਚ, ਉੱਥੇ ਉਹਨਾਂ ਦਾ ਸੰਸਕਾਰ ਹੋਇਆ। ਉਹਨਾਂ ਨੇ ਬਚਨ ਕੀਤਾ ਵੀ ਕਿਸੇ ਦੱਸਣਾ ਨਹੀਂ ਵੀ ਹਰੀ ਸਿੰਘ ਨਲੂਆ ਸ਼ਹੀਦ ਹੋ ਗਿਆ, ਇਹੀ ਕਹਿਣਾ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਹੈ। ਤੇ ਸਾਧ ਸੰਗਤ ਜੀਓ, ਇਹ ਕੰਮ ਡੋਗਰਿਆਂ ਦਾ ਸੀਗਾ। ਡੋਗਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਪਰਿਵਾਰ ਮਰਵਾ ਦਿੱਤਾ। ਇਹਨਾਂ ਪੰਥ ਦੇ ਨਾਲ ਗਦਾਰੀ ਕੀਤੀ, ਸਿੰਘਾਂ ਦੇ ਨਾਲ ਗਦਾਰੀ ਕੀਤੀ। ਬਰੂਦ ਦੀ ਥਾਂ ਸਰੋਂ ਪਾ ਪਾ ਕੇ ਪੇਟੀਆਂ ਵਿੱਚ ਭੇਜਦੇ ਰਹੇ ਜਦੋਂ ਗੋਰਿਆਂ ਦੇ ਨਾਲ ਸਿੰਘਾਂ ਦਾ ਜੰਗ ਹੋਇਆ। ਗਦਾਰ ਸਨ। ਇਸ ਕਰਕੇ ਡੋਗਰੇ 22 ਧਾਰ ਦੇ ਪਹਾੜੀ ਰਾਜੀਏ, ਜਲੰਧਰੀਏ ਆਦਿਕ ਸਾਰੇ ਇਕੱਠੇ ਹੋ ਕੇ ਆ ਗਏ ਹਨ। ਸਾਧ ਸੰਗਤ ਜੀ, ਜਿਹੜੇ ਸਰਹੰਦੀ ਸਨ ਤੇ ਦੂਜੇ ਮਲੇਰੀਅਨ ਭਾਵ ਜਿਹੜੇ ਮਲੇਰਕੋਟਲੇ ਦੇ ਸਨ, ਜਿਹੜਾ ਰੋਪੜ ਦਾ ਦਰ ਸੀ, ਰੋਪੜ ਦਾ ਦਰਵਾਜ਼ਾ, ਜਾਂ ਜਿਹੜਾ ਰੋਪੜ ਵੱਲੋਂ ਰਾਹ ਆਉਂਦਾ ਸੀਗਾ, ਇਹਨਾਂ ਫੌਜਾਂ ਨੇ ਰੋਪੜ ਦਾ ਜਿਹੜਾ ਰਾਹ ਰੋਕ ਲਿਆ ਹੈ। ਦੁਆਬੇ ਰੋਕੇ ਲਾਹੌਰੀਅਨ ਪਰਬਤੀਅਨ ਪਰਬਤ ਥਾਏ। ਜਿਹੜੀਆਂ ਫੌਜਾਂ ਲਾਹੌਰ ਤੋਂ ਆਈਆਂ, ਲਾਹੌਰ ਦਾ ਸੂਬਾ ਲੈ ਕੇ ਆਇਆ, ਇਹਨਾਂ ਨੇ ਆ ਕਰਕੇ ਦੁਆਬੇ ਦਾ ਇਲਾਕਾ ਰੋਕ ਲਿਆ ਵੀ ਗੁਰੂ ਸਾਹਿਬ ਇਧਰੋਂ ਕਿਸੇ ਪਾਸੇ ਨਾ ਨਿਕਲ ਸਕਣ। ਤੇ ਪਰਬਤੀਅਨ ਪਰਬਤ ਥਾਏ, ਤੇ ਜਿਹੜੇ ਪਹਾੜੀਏ ਰਾਜੇ ਸਨ, ਇਹਨਾਂ ਨੇ ਪਰਬਤ ਦਾ ਇਲਾਕਾ ਰੋਕ ਲਿਆ ਵੀ ਗੁਰੂ ਸਾਹਿਬ ਇਧਰੋਂ ਨਾ ਜਾ ਸਕਣ। ਇਸ ਤਰੀਕੇ ਨਾਲ ਚਾਰ ਚਫੇਰੇ ਤੋਂ ਉਹਨਾਂ ਨੇ ਘੇਰਾ ਘੱਤ ਲਿਆ ਹੈ। ਅਨੰਦਪੁਰ ਸਾਹਿਬ ਦੇ ਅੰਦਰ ਘੋੜਿਆਂ ਲਈ ਘਾਹ ਨਹੀਂ ਜਾਂਦਾ, ਤੇ ਸਿੰਘਾਂ ਦੇ ਛਕਣ ਵਾਸਤੇ ਅੰਨ ਆਦਿਕ ਦੀ ਕਮੀ ਹੋ ਗਈ ਹੈ। ਇਤਿਹਾਸਕਾਰ ਲਿਖਦੇ ਕਈ ਮਹੀਨੇ ਘੇਰਾ ਪਿਆ ਰਿਹਾ ਅਨੰਦਪੁਰ ਸਾਹਿਬ ਨੂੰ। ਅੰਦਰ ਜਲ ਵੀ ਜਾਂਦਾ ਸੀਗਾ, ਉਹਨਾਂ ਨੇ ਉਹ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਵੀ ਜਲ ਵੀ ਅੰਦਰ ਨਾ ਜਾਏ। ਉੱਥੇ ਇਸੇ ਤਰ੍ਹਾਂ ਜੰਗ ਹੁੰਦਾ ਰਿਹਾ, ਕਦੇ ਸਿੰਘ ਪਹਾੜੀਆਂ ਤੇ ਹਮਲਾ ਕਰਨਾ ਤੇ ਉਹਨਾਂ ਦੇ ਪਦਾਰਥ ਖੋਹ ਲੈਣੇ, ਕਦੇ ਉਹਨਾਂ ਨੇ ਕਰਨਾ ਤੇ ਸਿੰਘਾਂ ਕੋਲੋਂ ਖੋਹ ਕੇ ਲੈ ਜਾਣਾ। ਕਈ ਮਹੀਨੇ ਹੀ ਵਰਤਾਰਾ ਵਰਤਦਾ ਰਿਹਾ। ਦੇਖੋ, ਜਦੋਂ ਵੀ ਕੋਈ ਮੁਹਿੰਮ, ਕੋਈ ਜੰਗ ਹੁੰਦੀ ਹੈ, ਤੇ ਜਿਨ੍ਹਾਂ ਦੀਆਂ ਫੌਜਾਂ ਹੁੰਦੀਆਂ, ਖਰਚਾ ਉਹਨਾਂ ਦਾ ਹੀ ਹੁੰਦਾ ਹੈ। ਉੱਥੇ ਹੁਣ ਕਈ ਮਹੀਨਿਆਂ ਤੋਂ ਫੌਜੀ ਬੈਠੇ ਹੋਏ ਸਨ, ਸਿਪਾਹੀ ਬੈਠੇ ਸਨ, ਭੁੱਖੇ ਭਾਣੇ ਮਰਨ ਲੱਗੇ, ਬਿਮਾਰੀਆਂ ਫੈਲਣ ਲੱਗੀਆਂ। ਬਾਦਸ਼ਾਹ ਦੇ ਵੀ ਹੱਥ ਖੜੇ ਹੋ ਗਏ। ਅਨੰਦਪੁਰ ਸਾਹਿਬ ਦਾ ਕਿਲ੍ਹਾ ਉਹਨਾਂ ਕੋਲੋਂ ਫਤਿਹ ਨਹੀਂ ਹੋਇਆ, ਤੇ ਗੁਰੂ ਸਾਹਿਬ ਜੀ ਅੰਦਰ ਸਨ। ਤੇ ਸਤਿਗੁਰੂ ਮਹਾਰਾਜ ਦੇ ਨਾਲ ਕੁਝ ਕੁ ਜਿਹੜੇ ਸਿੱਖ ਸਨ, ਜਿਨ੍ਹਾਂ ਦਾ ਜ਼ਿਕਰ ਦਾਸ ਪਹਿਲਾਂ ਕਰਦਾ ਹੈ, ਸਾਧ ਸੰਗਤ ਤੋਂ ਔਖੇ ਹੋ ਗਏ ਉਹਨਾਂ ਵਾਸਤੇ, ਕਿਉਂਕਿ ਲੰਗਰ ਪਾਣੀ ਮਿਲਣਾ ਉਹਨਾਂ ਨੂੰ ਬੰਦ ਹੋ ਗਿਆ, ਤੇ ਲੰਗਰ ਪਾਣੀ ਸਵਾਇਆ ਮਿਲਦਾ ਸੀ। ਇਸ ਕਰਕੇ ਸਾਰਿਆਂ ਲਈ ਬੜੀ ਔਖੀ ਹੋ ਗਈ ਹੈ। ਤੇ ਲੋਕਾਂ ਨੇ ਫਿਰ ਉੱਥੋਂ ਨੱਠਣ ਦੀ ਵਿਉਂਤਬੰਦੀ ਬਣਾਈ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਭਾਈ ਫਿਰ ਲੋਕਾਂ ਨੂੰ ਆਖਿਆ ਹੈ, ਯਾਦ ਰੱਖਿਓ, ਜੇ ਨੱਠ ਕੇ ਗਏ ਤੁਹਾਡੇ ਚੋਂ ਕੋਈ ਜਿਉਂਦਾ ਨਹੀਂ ਬਚੇਗਾ।
ਚਿੰਤਾ ਕਰਨ ਦੀ ਲੋੜ ਨਹੀਂ ਭਾਈ, ਭਗਵੰਤ ਕੋਈ ਨਾ ਕੋਈ ਆਪੇ ਵਿਧੀ ਬਣਾ ਦੇਗਾ। ਜਲਦੀ ਅਗਨ ਵਰਖਾ ਵਰਖਾਏ। ਜਿਵੇਂ ਕਹਿੰਦੇ ਜਲਦੀ ਅਗਨ ਵਿੱਚ ਰੱਬ ਵਰਖਾ ਵਰਖਾ ਦਿੰਦਾ, ਮੀਂਹ ਪਾ ਦਿੰਦਾ, ਇੱਥੇ ਵੀ ਪਰਮੇਸ਼ਰ ਨੇ ਮਾਇਆ ਆਪਣੀ ਦਇਆ ਮਾਇਆ ਦਾ ਮੀਂਹ ਪਾ ਦੇਣਾ ਹੈ। ਹਮ ਸੰਗ 4000 ਹਜੂਰ ਕਹਿੰਦੇ ਸਾਡੇ ਨਾਲ 4000 ਸਿੰਘਾਂ ਦੀ ਗਿਣਤੀ ਹੈ। ਸਕੇ ਨਾ ਪਰ ਹਮ ਪੈ ਲੱਖ 4। ਤੇ ਤੁਸੀਂ ਚਿੰਤਾ ਨਾ ਕਰੋ, ਸਾਡੇ ਉੱਪਰ 4 ਲੱਖ ਦੀ ਫੌਜ ਵੀ ਚੜ ਕੇ ਆ ਜਾਏ ਨਾ ਤੇ ਭਾਰੂ ਨਹੀਂ ਪੈ ਸਕਦੀ। ਸਾਡੇ ਕੋਲ 4000 ਸਿੰਘ ਨੇ ਤੇ 4 ਲੱਖ ਵੀ ਭਾਰੂ ਨਹੀਂ ਪੈ ਸਕਦੇ। ਇੱਥੇ ਆਨੰਦਪੁਰ ਸਾਹਿਬ ਜੰਗ ਹੋਇਆ ਨਾ, ਜਦੋਂ ਰਾਜਾ ਕੇਸਰੀ ਚੰਦ ਤੇ ਭੀਮ ਚੰਦ ਇਹ ਸਾਰੇ 22 ਧਾਰ ਦੇ ਪਹਾੜੀਏ ਚੜ ਕੇ ਆਏ ਤੇ ਉਹਨਾਂ ਨੇ ਮਸਤ ਹਾਥੀ ਚੜਾਇਆ ਸ਼ਰਾਬ ਪਿਆ ਕੇ, ਤੇ ਬਾਬਾ ਬਚਿੱਤਰ ਸਿੰਘ ਜੀ ਲੜੇ। ਦੁਨੀ ਚੰਦ ਦਾ ਕਿੱਸਾ ਦਾਸ ਨੇ ਕੱਲ ਸੁਣਾਇਆ ਸੀਗਾ। ਉਹਨਾਂ ਨੇ ਇਹ ਹਾਥੀ ਤਾਂ ਲਿਆਂਦਾ ਸੀ ਵੀ ਆਨੰਦਪੁਰ ਸਾਹਿਬ ਦੇ ਕਿਲੇ ਦਾ ਦਰਵਾਜ਼ਾ ਭੰਨ ਦਈਏ ਤੇ ਅੰਦਰ ਵੜ ਜਾਈਏ। ਤੇ ਸਤਿਗੁਰੂ ਮਹਾਰਾਜ ਨੂੰ ਜਦੋਂ ਪਤਾ ਲੱਗਿਆ ਵੀ ਉਹ ਮਸਤ ਹਾਥੀ ਲੈ ਕੇ ਆਏ ਨੇ, ਕਹਿੰਦੇ ਤਵੇ ਬੰਨੇ ਹੋਏ ਸਨ, ਸ਼ਰਾਬ ਪਿਆਈ ਸੀ, ਹਾਥੀ ਨੂੰ ਮਸਤ ਕੀਤਾ ਹੋਇਆ ਸੀਗਾ। ਤੇ ਸਤਿਗੁਰੂ ਮਹਾਰਾਜ ਨੂੰ ਖਬਰ ਮਿਲੀ ਤੇ ਦੁਨੀ ਚੰਦ ਨੂੰ ਆਖਿਆ ਤੇ ਉਹ ਭੱਜ ਗਿਆ। ਤੇ ਹਜੂਰ ਕਹਿੰਦੇ ਕੋਈ ਨਹੀਂ ਭਾਈ, ਸਾਡੇ ਕੋਲ ਛੋਟਾ ਹਾਥੀ ਵੀ ਹੈ। ਸਿੰਘਾਂ ਨੂੰ ਆਖਿਆ ਵੀ ਚਿੰਤਾ ਕਰਨ ਦੀ ਲੋੜ ਨਹੀਂ। ਆਵਾਜ਼ ਮਾਰੀ ਭਾਈ ਉੱਠੋ ਕੋਈ ਗੁਰੂ ਕਾ ਪਿਆਰਾ। ਬਾਬਾ ਉਦੈ ਸਿੰਘ ਜੀ ਉਹਨਾਂ ਦਾ ਭਰਾਤਾ, ਬਾਬਾ ਬਚਿੱਤਰ ਸਿੰਘ ਜੀ ਤੇ ਭਾਈ ਮਨੀ ਸਿੰਘ ਦਾ ਸੁਪੁੱਤਰ, ਸਰੀਰ ਤੀਲੇ ਵਰਗਾ, ਉੱਠ ਕੇ ਖੜਾ ਹੋ ਗਿਆ। ਭਾਈ ਸੰਤੋਖ ਸਿੰਘ ਜੀ ਲਿਖਦੇ ਵੀ ਜਦੋਂ ਉੱਠ ਕੇ ਖਲੋਤਾ ਤੇ ਸਿੰਘ ਹੱਸ ਪਏ, ਇਹ ਹਾਥੀ ਮਾਰੇਗਾ। ਮਹਾਰਾਜ ਦੇ ਚਰਨਾਂ 'ਚ ਸ਼ੀਸ਼ ਰੱਖਿਆ, ਗੁਰੂ ਸਾਹਿਬ ਨੇ ਥਾਪੜਾ ਦਿੱਤਾ। ਕਹਿੰਦੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਬਾਕੀ ਤਾਂ ਦੂਰ ਦੀ ਗੱਲ ਹੈ, ਲੜਨਾ ਹਾਥੀ ਦੇ ਮੁੱਕੀ ਮਾਰ ਕੇ ਧਰਤੀ 'ਚ ਧਸਾ ਦਿਆਂਗਾ, ਤੁਹਾਡੀ ਕਿਰਪਾ ਹੋ ਗਈ ਹੈ। ਤੇ ਸਾਧ ਬਾਬਾ ਬਚਿੱਤਰ ਸਿੰਘ ਜੀ ਘੋੜੇ ਤੇ ਸਵਾਰ ਹੋਏ। ਅੱਜ ਵੀ ਉਹਨਾਂ ਦੀ ਨਾਗਣੀ ਮੌਜੂਦ ਹੈ ਗੁਰੂ ਕੇ ਤਖਤ ਉੱਪਰ। ਤੇ ਨਾਗਣੀ ਲੈ ਕੇ ਬਾਹਰ ਨਿਕਲੇ ਤੇ ਸਾਧ ਸੰਗਤ ਦਰਵਾਜ਼ਾ ਖੁੱਲਿਆ ਆਨੰਦਪੁਰ ਸਾਹਿਬ ਦਾ, ਤੇ ਉਹਨਾਂ ਨੇ ਜ਼ੋਰ ਦੇ ਨਾਲ ਨਾਗਣੀ ਮਾਰੀ ਤੇ ਮੱਥੇ ਤੇ ਬੰਨੇ ਹੋਏ ਜਿਹੜੇ ਵੱਡੇ ਵੱਡੇ ਤਵੇ ਚੀਰਦੀ ਹੋਈ ਮੱਥੇ 'ਚ ਲੰਘ ਗਈ। ਹਾਥੀ ਮਾਰਦਾ ਚੰਗਿਆੜਾ ਪਿਛਾਂ ਨੂੰ ਦੌੜ ਪਿਆ, ਫੌਜਾਂ ਨੂੰ ਮਲਦਾ ਦਲਦਾ ਪਿਛਾਂ ਨੂੰ ਦੌੜ ਪਿਆ। ਤੇ ਬਾਬਾ ਉਦੈ ਸਿੰਘ ਪਿਆਰਿਓ, ਉੱਥੇ ਮੈਦਾਨੇ ਜੰਗ ਦੇ ਵਿੱਚ ਬਾਬਾ ਉਦੈ ਸਿੰਘ ਨੇ ਰਾਜੇ ਕੇਸਰੀ ਚੰਦ ਦਾ ਸਿਰ ਲਾ ਲਿਆ। ਇਸ ਤਰ੍ਹਾਂ ਇੱਥੇ ਤੁਰਕਾਂ ਦੀ ਇੱਥੇ ਹਾਰ ਹੋਈ ਪਹਾੜੀਆਂ ਦੀ। ਸਾਧ ਸੰਗਤ ਜੀ, ਸਮਾਂ ਬੀਤਦਾ ਗਿਆ, ਜਦੋਂ ਉਹਨਾਂ ਨੇ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾਏ, ਉਹਨਾਂ ਦਾ ਵਸ ਨਹੀਂ ਚੱਲਿਆ ਤੇ ਅਖੀਰ ਉਹਨਾਂ ਨੇ ਫਿਰ ਸਹੁੰਆਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਪ੍ਰਸੰਗ ਸਾਰਾ ਆਵੇਗਾ। ਅੰਦਰ ਕਹਿੰਦੇ ਜਿਹੜਾ ਵਰਤਾਰਾ ਵਰਤ ਰਿਹਾ ਸੀ ਨਾ, ਬੜਾ ਔਖਾ ਸਮਾਂ ਸੀ। ਚਲੋ ਸਾਡੇ ਵਰਗਿਆਂ ਵਾਸਤੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ। ਕਈ ਮਹੀਨਿਆਂ ਤੋਂ ਕਮਰ ਕੱਸਿਆਂ ਦੇ ਵਿੱਚ ਭੁੱਖੇ ਪੇਟ ਸਿੰਘਾਂ ਨੇ ਬੰਨੇ ਹੋਏ ਸਨ, ਖਾਣ ਨੂੰ ਕੁਝ ਮਿਲਦਾ ਨਹੀਂ ਸੀ, ਘੋੜੇ ਮਰ ਰਹੇ ਸਨ। ਉਹਨਾਂ ਵਾਸਤੇ ਉਹਨਾਂ ਨੂੰ ਅੰਦਰ ਘਾਹ ਆਦਿਕ ਵੀ ਪ੍ਰਾਪਤ ਨਹੀਂ ਸੀ ਹੁੰਦਾ ਤੇ ਔਖੀ ਵਿਧ ਬਣ ਗਈ ਖਾਲਸੇ ਵਾਸਤੇ। ਤੇ ਜਦੋਂ ਉਹ ਭੱਜਣ ਲੱਗੇ ਤੇ ਮਹਾਰਾਜ ਕਹਿੰਦੇ ਨਾ ਭੱਜੋ ਭਾਈ, ਇਦਾਂ ਬਾਹਰ ਭੱਜੋਗੇ ਜਿਉਂਦਾ ਨਹੀਂ ਕੋਈ ਬਚੇਗਾ, ਘੇਰਾ ਪਿਆ ਹੋਇਆ 4 ਚੁਫੇਰੇ, ਇਸ ਤਰ੍ਹਾਂ ਨਾ ਜਾਓ। ਤੇ ਹਜੂਰ ਕਹਿੰਦੇ ਸਾਡੇ ਕੋਲ ਸਿੰਘ ਨੇ, ਤੁਰਕ ਇਦਾਂ ਹਮਲਾ ਨਹੀਂ ਕਰਨਗੇ ਕਿਉਂਕਿ ਉਹਨਾਂ ਨੂੰ ਆਪਣੀ ਜਾਨ ਵੀ ਪਿਆਰੀ ਹੈ। ਜਾਨ ਪਿਆਰੀ, ਉਹਨਾਂ ਨੂੰ ਵੀ ਭਾਈ ਆਪਣੀ ਜਾਨ ਪਿਆਰੀ ਹੈ। ਹਮ ਪਰ ਸਕੈ ਨੇ ਕਰਨੇ ਵਾਰੀ, ਉਹ ਸਾਡੇ ਉੱਪਰ ਵਾਰ ਨਹੀਂ ਕਰ ਸਕਣਗੇ, ਜੇ ਕਰਨਗੇ ਉਹਨਾਂ ਦੇ ਵਾਰ ਨਕੰਮੇ ਹੋ ਜਾਣਗੇ। ਲੋਕਨ ਮਾਤਾ ਸਮਝਾਈ, ਪਰ ਮਸੰਦ ਤੇ ਹੋਰ ਜਿਹੜੇ ਜਿਨ੍ਹਾਂ ਦੇ ਅੰਦਰ ਉੱਥੇ ਕੱਚ ਪਿਲਤਾ ਆ ਗਈ ਸੀ ਨਾ, ਉਹ ਮਾਤਾ ਜੀ ਨੂੰ ਫਿਰ ਜਾ ਕੇ ਸਮਝਾਉਣ ਲੱਗੇ ਹਨ। ਰਾਜਨ ਸੋ ਲੋ ਗੱਲ ਬਣਾਈ, ਉਹਨਾਂ ਆਖਿਆ ਵੀ ਤੁਸੀਂ ਰਾਜਿਆਂ ਨਾਲ ਗੱਲਬਾਤ ਕਰ ਲਓ। ਕਿਉਂ ਉਸ ਵਕਤ ਔਰੰਗਜ਼ੇਬ ਨੇ ਮੌਲਵੀ ਭੇਜਿਆ, ਉਹ ਕੁਰਾਨ ਲੈ ਕੇ ਆਇਆ ਤੇ ਪਰਬਤੀਆਂ ਨੇ ਠਾਕੁਰਾਂ ਦੀ ਸਹੁੰ ਖਾਧੀ। ਤੇ ਇਤਿਹਾਸ ਵਿੱਚ ਆਉਂਦਾ ਵੀ ਉਹ ਗਊ ਬਣਾਈ ਆਟੇ ਦੀ ਉਹਨਾਂ ਨੇ, ਤੇ ਗਊ ਬਣਾ ਕੇ ਤੇ ਉਹਨਾਂ ਨੇ ਅੰਦਰ ਪੰਡਤ ਭੇਜਿਆ। ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਮੈਂ ਤੁਹਾਡੇ ਤੇ ਭਰੋਸਾ ਨਹੀਂ ਕਰਦਾ। ਹਜ਼ੂਰ ਨੇ ਉਹਨਾਂ ਨੂੰ ਮਨਾ ਕਰ ਦਿੱਤਾ। ਪਾਤਸ਼ਾਹ ਜੀ ਕਹਿੰਦੇ ਚਾਹੇ ਔਰੰਗਜ਼ੇਬ ਕੱਚੀ ਮੱਤ ਵਾਲਾ ਤੇ ਪੱਥਰਾਂ ਨੂੰ ਪੂਜਣ ਵਾਲੇ ਪਰਬਤੀਏ ਇਹਨਾਂ ਦੀ ਮੱਤ ਪੱਥਰ ਹੈ, ਮੈਂ ਤੁਹਾਡੇ ਤੇ ਭਰੋਸਾ ਨਹੀਂ ਕਰ ਸਕਦਾ। ਸਤਿਗੁਰਾਂ ਨੇ ਉਹਨਾਂ ਨੂੰ ਬਚਨ ਆਖੇ। ਹੁਣ ਜਦੋਂ ਗੁਰੂ ਸਾਹਿਬ ਜੀ ਦੇ ਬਚਨ ਮਸੰਦਾਂ ਨੂੰ ਪਤਾ ਲੱਗੇ, ਉਹ ਮਾਤਾ ਜੀ ਕੋਲ ਗਏ ਵੀ ਅੱਜ ਸਾਨੂੰ ਮੌਕਾ ਮਿਲਿਆ ਵੀ ਉਹ ਕਹਿੰਦੇ ਵੀ ਤੁਸੀਂ ਨਿਕਲ ਜਾਓ, ਤੁਹਾਨੂੰ ਕੁਝ ਨਹੀਂ ਆਖਾਂਗੇ, ਪਰ ਗੁਰੂ ਸਾਹਿਬ ਉਹਨਾਂ ਤੇ ਵਿਸ਼ਵਾਸ ਨਹੀਂ ਕਰਦੇ। ਇਸ ਕਰਕੇ ਮਾਤਾ ਜੀ ਤੁਸੀਂ ਆਪ ਉਹਨਾਂ ਦੇ ਨਾਲ ਗੱਲ ਕਰੋ। ਗੁਰ ਸੁਨ ਕਹੇ ਪਰਬਤੀ
ਦਗੇਦਾਰ। ਮਾਤਾ ਜੀ ਗੁਰੂ ਸਾਹਿਬ ਜੀ ਦੇ ਕੋਲ ਆਏ, ਤੂੰ ਰਾਜਨ ਸੋ 9 ਗੱਲ ਬਣਾਈ ਵੀ ਤੁਸੀਂ ਰਾਜਿਆਂ ਨਾਲ ਗੱਲ ਬਣਾ ਲਓ, ਉਹਨਾਂ ਨਾਲ ਗੱਲਬਾਤ ਕਰੋ। ਸਤਿਗੁਰੂ ਕਹਿਣ ਲੱਗੇ ਮਾਤਾ ਜੀ ਇਹ ਪਰਬਤੀ ਦਗੇਬਾਜ਼ ਹਨ, ਸੋ ਲੈਵੇਂਗੇ ਲੋਟ ਤੋਹ ਮਾਰ। ਜੇਕਰ ਇਹਨਾਂ ਦੀ ਗੱਲ ਮੰਨ ਕੇ ਅਸੀਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਾਂਗੇ, ਇਹਨਾਂ ਨੇ ਸਾਡੇ ਉੱਪਰ ਹਮਲਾ ਕਰ ਦੇਣਾ ਤੇ ਲੁੱਟਮਾਰ ਕਰ ਦੇਣੀ ਹੈ। ਓਹਿਰਾ ਇਹ ਦਗੇਦਾਰ ਹੈ ਆਦ ਕੇ, ਇਨ ਪਰ ਮਤ ਪਤੀ ਆਏ। ਹੁਣ ਗੁਰੂ ਸਾਹਿਬ ਜੀ ਨੂੰ ਤਾਂ ਪਤਾ ਸੀ, ਕਿਉਂਕਿ ਪਹਿਲਾਂ ਵੀ ਇਹਨਾਂ ਦੀ ਮਦਦ ਮਹਾਰਾਜ ਨੇ ਕੀਤੀ, ਉਦੋਂ ਵੀ ਇਹਨਾਂ ਨੇ ਦਗਾ ਕੀਤਾ। ਸਤਿਗੁਰੂ ਕਹਿੰਦੇ ਦਗੇਬਾਜ਼ ਹਨ, ਇਸ ਕਰਕੇ ਇਹਨਾਂ ਦੇ ਉੱਪਰ ਤੁਸੀਂ ਆਪਣਾ ਮਨ ਇੰਨਾ ਜ਼ਿਆਦਾ ਇਹਨਾਂ ਤੇ ਭਰੋਸਾ ਨਾ ਕਰੋ, ਆਪਣੀ ਮਤ ਇਹਨਾਂ ਤੇ ਨਾ ਪਤਿਆਓ। ਇਹ ਦੇਵੇਂਗੇ ਸਭਨ ਫੜ, ਉਹ ਦੇਵੇ ਕਹਦੇ ਪਾਏ। ਮਾਤਾ ਜੀ ਇਹ ਮੌਕਾ ਵੇਖ ਕੇ ਸਾਨੂੰ ਸਾਰੇ ਜਾਣਿਆਂ ਨੂੰ ਫੜ ਲੈਣਗੇ ਤੇ ਚੁੱਕ ਕੇ ਕੈਦ ਵਿੱਚ ਸੁੱਟ ਦੇਣਗੇ। ਸੋ ਪਈ ਤੋ ਮਾਤਾ ਕਹੇ ਉਨ ਠਾਕੁਰ ਉਠਾਏ। ਮਾਤਾ ਜੀ ਕਹਿਣ ਲੱਗੇ ਸਤਿਗੁਰੂ ਜੀ ਉਹ ਤਾਂ ਆਪਣੇ ਠਾਕੁਰ ਲੈ ਕੇ ਆਏ ਨੇ, ਆਪਣਾ ਇਸ਼ਟ ਇੱਥੇ ਸਾਡੇ ਕੋਲ ਲੈ ਕੇ ਆਏ ਹਨ। ਹਮ ਸੋ ਸਕੈ ਦਗੋ ਕਮਾਏ। ਉਹ ਸਾਡੇ ਨਾਲ ਦਗਾ ਨਹੀਂ ਕਮਾ ਸਕਦੇ, ਕਿਉਂ ਆਪਣੇ ਧਰਮ ਦੀ ਸਹੁੰ ਖਾ ਰਹੇ ਨੇ ਤੇ ਦਗਾ ਕਿਵੇਂ ਕਮਾ ਲੈਣਗੇ। ਸਤਿਗੁਰ ਕਹਿਆ ਤੁਮ ਲਿਹੋ ਪਤਿਆਏ। ਸਤਿਗੁਰੂ ਜੀ ਕਹਿਣ ਲੱਗੇ ਮਾਤਾ ਜੀ ਫਿਰ ਇਦਾਂ ਕਰਦੇ ਆ ਵੀ ਆਪਾਂ ਉਹਨਾਂ ਨੂੰ ਪਤਿਆ ਕੇ ਵੇਖ ਲੈਨੇ ਆ, ਪਰਖ ਕਰ ਲੈਨੇ ਹਾਂ। ਮਾੜ ਕੋੜ ਕੇ ਚੀਜ਼ ਤਰਵਾਏ। ਮਾੜੀ ਮੋਟੀ ਕੋਈ ਚੀਜ਼ ਰੱਖ ਕੇ ਵੇਖ ਲੈਨੇ ਆ, ਹੁਣੇ ਪਤਾ ਲੱਗ ਜਾਏਗਾ ਵੀ ਕਿੱਡੇ ਕਿ ਵੱਡੇ ਧਰਮੀ ਨੇ, ਇਹਨਾਂ ਦਾ ਸਿਦਕ ਕਿੱਥੇ ਕੁ ਖਲੋਤਾ ਹੋਇਆ ਹੈ। ਸਤਿਗੁਰਾਂ ਨੇ ਹੁਕਮ ਭੇਜ ਦਿੱਤਾ, ਉਹਨਾਂ ਨੂੰ ਆਖਿਆ ਵੀ ਗੱਡੇ ਭੇਜ ਦਿਓ, ਕੰਨੀ ਪਾ ਦਿੱਤਾ ਵੀ ਸਾਡਾ ਖਜ਼ਾਨਾ ਸਾਡੇ ਤੋਂ ਪਹਿਲਾਂ ਜਾਏਗਾ, ਵੀ ਗੱਡੇ ਭੇਜ ਦਿਓ। ਤੇ ਉਹਨਾਂ ਦੇ ਜਿਹੜੇ ਅੱਗੇ ਬਲਦ ਆਦਿਕ ਲੱਗੇ ਹੋਣਗੇ ਨਾ, ਉਹਨਾਂ ਦੀਆਂ ਸਿੰਗਾਂ ਤੇ ਮਸ਼ਾਲਾਂ ਬੰਨ੍ਹ ਦਿਓ। ਤੇ ਉਹਨਾਂ ਨੇ ਗੱਡੇ ਭੇਜ ਦਿੱਤੇ ਵੀ ਚਲੋ ਇਹਨਾਂ ਨੇ ਨਿਕਲਣਾ, ਬੜਾ ਮਾਲ ਸਬਾਬ ਇਹਨਾਂ ਦੇ ਕੋਲ ਹੈ। ਉਹਨਾਂ ਨੇ ਗੱਡੇ ਭੇਜੇ ਤੇ ਗੁਰੂ ਸਾਹਿਬ ਜੀ ਨੇ ਟੁੱਟੀਆਂ ਫੁੱਟੀਆਂ ਜਿੰਨੀਆਂ ਚੀਜ਼ਾਂ ਸਨ ਉਹ ਸਾਰੀਆਂ ਗੱਡਿਆਂ ਤੇ ਲਦਾ ਦਿੱਤੀਆਂ ਹਨ। ਸਤਿਗੁਰੂ ਮਹਾਰਾਜ ਜੀ ਵੇਖਣਾ ਚਾਹੁੰਦੇ ਨੇ ਉਹਨਾਂ ਦੀ ਮਨ ਦੀ ਨੀਅਤ, ਉਹਨਾਂ ਦੀ ਅੰਦਰ ਦੀ ਨੀਅਤ ਕੀ ਹੈ, ਪਰਖਣਾ ਚਾਹੁੰਦੇ ਹਨ। ਸਤਿਗੁਰੂ ਮਹਾਰਾਜ ਜੀ ਨੇ ਕਹਿੰਦੇ ਉੱਥੇ ਬਹੁਤ ਸਾਰਾ ਬੋਝ, ਜਿਹਦੇ ਵਿੱਚ ਹੱਡੀਆਂ ਸਨ, ਟੁੱਟੀਆਂ ਜੁੱਤੀਆਂ ਸਨ, ਕੂੜਾ ਕਬਾੜ, ਜੋ ਕੁਝ ਵੀ ਟੁੱਟੇ ਸ਼ਸਤਰ ਸਭ ਕੁਝ ਇਕੱਠਾ ਕਰਕੇ ਤੇ ਗੱਡਿਆਂ ਦੇ ਉੱਤੇ ਲੱਦ ਦਿੱਤਾ ਹੈ। ਪੋਟਲੀਆਂ ਬੰਨੀਆਂ ਛੋਟੀਆਂ ਛੋਟੀਆਂ ਤੇ ਉੱਪਰ ਪਾ ਦਿੱਤੇ ਰੇਸ਼ਮੀ ਦੁਸ਼ਾਲੇ, ਤੇ ਉਹਨਾਂ ਦੇ ਕੰਨ ਦੇ ਵਿੱਚ ਖਬਰ ਪਾਰ ਦਿੱਤੀ ਵੀ ਗੁਰੂ ਕਾ ਦਰਬ ਜਾ ਰਿਹਾ ਹੈ, ਗੁਰੂ ਕਾ ਖਜ਼ਾਨਾ ਜਾ ਰਿਹਾ ਹੈ। ਸਤਿਗੁਰੂ ਜੀ ਮਾਤਾ ਜੀ ਨੂੰ ਤੇ ਸਿੰਘਾਂ ਨੂੰ ਲੈ ਕੇ ਨਾ ਆਨੰਦਪੁਰ ਸਾਹਿਬ ਦੇ ਕਿਲੇ ਤੇ ਖਲੋ ਗਏ ਜਾ ਕੇ, ਤੇ ਮਾਤਾ ਜੀ ਨੂੰ ਕਹਿੰਦੇ ਵੀ ਆਹ ਵੇਖੋ ਸਿਦਕ ਇਹਨਾਂ ਦਾ, ਜਿਨ੍ਹਾਂ ਨੂੰ ਕਹਿੰਦੇ ਹੋ ਵੀ ਕੁਰਾਨਾਂ ਦੀ ਕਸਮ ਖਾ ਲਈ ਤੇ ਇਹਨਾਂ ਨੇ ਠਾਕੁਰਾਂ ਦੀ ਸਹੁੰ ਖਾ ਲਈ, ਵੇਖ ਲਓ ਇਹਨਾਂ ਦਾ ਕਿੰਨਾ ਕੁ ਧਰਮ ਉੱਪਰ ਵਿਸ਼ਵਾਸ ਹੈ। ਇਹ ਬਾਤ ਰਾਜਨ ਕੰਨ ਪਈ, ਇਧਰ ਰਾਜਿਆਂ ਦੇ ਕੰਨਾਂ ਦੇ ਵਿੱਚ ਇਹ ਗੱਲ ਪੈ ਗਈ ਹੈ। ਸਭ ਮੂੰਹ ਲੁੱਟ ਲਈ। ਉਹਨਾਂ ਨੇ ਆਖਿਆ ਭਾਈ ਹੱਲਾ ਕਰੋ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਜ਼ਾਨਾ ਜਾ ਰਿਹਾ ਕਰੋੜਾਂ ਦੀ ਮਾਇਆ ਵਿੱਚ, ਤੇ ਉਹਨਾਂ ਨੇ ਹੱਲਾ ਕੀਤਾ ਤੇ ਹਮਲਾ ਕਰ ਦਿੱਤਾ ਹੈ। ਭਾਈ ਸੰਤੋਖ ਸਿੰਘ ਜੀ ਨੇ ਬੜੇ ਵਿਸਥਾਰ ਨਾਲ ਲਿਖੀ ਚੀਜ਼, ਆਪਸ 'ਚ ਲੜ ਪਏ ਤੁਰਕ ਰਾਤ, ਪੋਟਲੀਆਂ ਖੋਹਣ ਇੱਕ ਦੂਜੇ ਕੋਲੋਂ, ਇੱਕ ਦੂਜੇ ਦੇ ਤਲਵਾਰਾਂ ਮਾਰ ਕੇ ਸਿਰ ਲਾ ਦਿੱਤੇ। ਕਹਿੰਦੇ ਜਿੱਥੇ ਜਾ ਕੇ ਉਹ ਪੂਜਾ ਕਰਦੇ ਸਨ, ਠਾਕੁਰ ਰੱਖੇ ਸਨ, ਉੱਥੇ ਲੁਕੋਈਆਂ ਪੋਟਲੀਆਂ ਜਾ ਕੇ ਵੀ ਕਿਤੇ ਦੂਜਾ ਨਾ ਵੇਖ ਲਏ। ਤੇ ਸਾਧ ਸੰਗਤ ਜਿੱਥੇ ਨਮਾਜ਼ ਪੜ੍ਹਦੇ ਸਨ ਉੱਥੇ ਜਾ ਜਾ ਕੇ ਉਹ ਚੀਜ਼ਾਂ ਲੁਕਾਉਂਦੇ ਰਹੇ। ਘੋੜਿਆਂ ਦੀ ਲਿੱਦ, ਟੁੱਟੇ ਸ਼ਸਤਰ, ਟੁੱਟੀਆਂ ਜੁੱਤੀਆਂ ਉਹਨਾਂ ਦੇ ਵਿੱਚ। ਤੇ ਜਦੋਂ ਸਾਧ ਸੰਗਤ ਜੀ ਲੁੱਟ ਲਿਆ ਖਜ਼ਾਨਾ ਸਾਰਾ, ਬੜੇ ਖੁਸ਼ ਹੋਏ, ਕਰੋੜਾਂ ਦਾ ਖਜ਼ਾਨਾ ਆਪਾਂ ਲੁੱਟ ਲਿਆ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹੋ ਜਿਹਾ ਛਲ ਕਰਕੇ ਨਾ ਉਹਨਾਂ ਛਲੀਆਂ ਨੂੰ ਵੀ ਕਹਿੰਦੇ ਵਿਖਾ ਦਿੱਤਾ ਵੀ ਤੁਹਾਡਾ ਅਸਲ 'ਚ ਚਿਹਰਾ ਕੀ ਹੈ, ਤੁਹਾਡੀ ਨੀਅਤ ਕਿਹੋ ਜੀ ਹੈ। ਸਤਿਗੁਰੂ ਜੀ ਮਾਤਾ ਜੀ ਨੂੰ ਕਹਿਣ ਲੱਗੇ ਮਾਤਾ ਜੀ ਇਹਨਾਂ ਛਤਰੀਆਂ ਨੇ ਜੁੱਤੀਆਂ ਪਿੱਛੇ ਧਰਮ ਗਵਾ ਲਿਆ ਜਾਂ ਆਪਣਾ, ਇਹਨਾਂ ਨੇ ਕੂੜੇ ਕਰਕਟ ਪਿੱਛੇ ਆਪਣਾ ਧਰਮ ਗਵਾ ਲਿਆ ਹੈ, ਜਿਹੜੇ ਠਾਕੁਰਾਂ ਦੀ ਸਹੁੰ ਚੁੱਕਦੇ ਹਨ। ਗੁਰੂ ਸਾਹਿਬ ਜੀ ਕਹਿੰਦੇ ਜੁੱਲੀ ਟੁੱਟੀਆਂ ਜੁੱਤੀਆਂ ਤੇ ਇਹਨਾਂ ਨੇ ਅੱਜ ਹੱਥ ਪਾਇਆ ਹੈ। ਸਤਿਗੁਰੂ ਜੀ ਕਹਿੰਦੇ ਵੇਖੋ ਸ਼ਰਮਿੰਦੇ ਵੀ ਹੋਏ ਨੇ, ਕਿਉਂਕਿ ਹੱਥ ਕੁਝ ਨਹੀਂ ਆਇਆ। ਹਜ਼ੂਰ ਜੀ ਕਹਿੰਦੇ ਕਿੱਡੇ ਕੁ ਵੱਡੇ ਯੋਧੇ ਨੇ
ਜਿਹੜੇ ਲੋਕ ਕਸਮਾਂ ਖਾ ਕੇ ਟੁੱਟੀਆਂ ਜੁੱਤੀਆਂ ਨਹੀਂ ਛੱਡਦੇ ਤੇ ਤੁਸੀਂ ਨਿਕਲੋਗੇ ਤੁਹਾਨੂੰ ਛੱਡ ਦੇਣਗੇ। ਜਿਨ੍ਹਾਂ ਨੇ ਤੁਹਾਡਾ ਖਜ਼ਾਨਾ ਨਹੀਂ ਛੱਡਿਆ, ਕਿਉਂਕਿ ਭੁਲੇਖਾ ਹੀ ਸੀ ਨਾ ਖਜ਼ਾਨੇ ਦਾ, ਉਹ ਤੁਹਾਨੂੰ ਛੱਡ ਦੇਣਗੇ। ਸੋ ਇਸ ਕਰਕੇ ਸਾਰੇ ਤੁਰਕ ਤੇ ਪਰਬਤੀਏ ਬੜੇ ਸ਼ਰਮਿੰਦੇ ਹੋਏ ਹਨ। ਵੀ ਮਾਤਾ ਮੰਨੀ ਨਾ ਬਾਤ। ਜਿਹੜੇ ਖਾਲਸੇ ਸਨ ਉਹਨਾਂ ਦਾ ਤਾਂ ਭਰੋਸਾ ਮਹਾਰਾਜ ਤੇ ਸੀ। ਸਤਿਗੁਰੂ ਸਾਡਾ ਇੱਕ ਨਹੀਂ 100 ਸੀਸ ਭੇਟ ਹੈ ਤੁਹਾਡੇ ਤੇ, ਜਿੱਥੇ ਮਰਜ਼ੀ ਰੱਖ ਲਓ। ਕਿਉਂ ਜਿਸ ਦਿਨ ਤੁਹਾਡੇ ਪਾਸ ਆਏ ਸੀ ਸਤਿਗੁਰੂ ਆਗਿਆ ਸੀਸ ਭੇਟ ਦਿਓ। ਜੇ ਸਤਿਗੁਰੂ ਸੱਚ ਹੈ ਭਾਵ ਹੈ ਇਹ ਤੁਹਾਡਾ ਹੈ। ਭਾਵੇਂ ਇੱਥੇ ਜੰਗ ਕਰਾ ਲਓ ਤੇ ਭਾਵੇਂ ਬਾਹਰ ਜਾ ਕੇ ਕਰਾ ਲਓ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਤੁਹਾਨੂੰ ਜੀਵਨ ਸਮਰਪਿਤ ਕੀਤਾ ਤੇ ਤੁਹਾਡੇ ਲਈ ਸ਼ਹੀਦ ਹੋਣਾ ਹੈ। ਪਰ ਜਿਹੜੇ ਕੁਝ ਸਾਡੇ ਵਰਗੇ ਕੱਚੇ ਪਿੱਲੇ ਸਨ, ਉਹ ਮਾਤਾ ਜੀ ਨੂੰ ਫੇਰ ਕਹਿਣ ਲੱਗੇ, ਨਹੀਂ ਮਾਤਾ ਜੀ ਵੀ ਤੁਸੀਂ ਗੱਲ ਕਰੋ ਗੁਰੂ ਸਾਹਿਬ ਦੇ ਨਾਲ। ਸਤਿਗੁਰੂ ਸਮਝਾਉਂਦੇ ਰਹੇ ਪਰ ਮਾਤਾ ਗੁਜਰੀ ਜੀ ਨੇ ਗੁਰੂ ਸਾਹਿਬ ਦੀ ਗੱਲ ਨਹੀਂ ਮੰਨੀ। ਮੈਂ ਤੁਰ ਜਾਊਂਗਾ ਹੋਤ ਪ੍ਰਭਾਤ। ਉਹਦਾ ਨਾ ਇੱਕ ਬਹੁਤ ਵੱਡਾ ਕਾਰਨ ਸੀਗਾ। ਇਹ ਨਹੀਂ ਕਿ ਮਾਤਾ ਗੁਜਰੀ ਜੀ ਦਾ ਸਿਦਕ ਇੰਨਾ ਕਮਜ਼ੋਰ ਸੀ। ਕਦੇ ਤੁਸੀਂ ਧਿਆਨ ਨਾਲ ਵੇਖੋ, ਮਾਤਾ ਗੁਜਰੀ ਜੀ ਦਾ ਬਹੁਤ ਵੱਡਾ ਪਰਿਵਾਰ, ਪੋਤਰੇ ਸ਼ਹੀਦ, ਪੁੱਤਰ ਸ਼ਹੀਦ, ਪਤੀ ਵੀ ਸ਼ਹੀਦ, ਤੇ ਸਹੁਰਾ ਗੁਰੂ ਹਰਗੋਬਿੰਦ ਸਾਹਿਬ ਏਡੇ ਮਹਾਨ ਯੋਧੇ ਸਨ। ਇਹੋ ਜਿਹਾ ਪਰਿਵਾਰ ਸੀ ਉਹਨਾਂ ਦਾ, ਮਾੜੀ ਮੋਟੀ ਗੱਲ ਨਹੀਂ ਸੀ। ਮਾਤਾ ਗੁਜਰੀ ਜੀ ਨੇ ਬਹੁਤ ਕੁਝ ਝੱਲਿਆ ਆਪਣੇ ਜੀਵਨ ਵਿੱਚ, ਪਰ ਮਸਲਾ ਇਹ ਸੀ ਵੀ ਅੰਦਰ 4 ਸਾਹਿਬਜ਼ਾਦੇ ਸਨ। ਗੁਰੂ ਸਾਹਿਬ ਜੀ ਦਾ ਪਰਿਵਾਰ ਸੀਗਾ, ਮਾਤਾਵਾਂ ਸਨ। ਉਹਨਾਂ ਕਰਕੇ ਮਾਤਾ ਜੀ ਬਹੁਤ ਜ਼ਿਆਦਾ ਚਿੰਤਤ ਸਨ। ਉਹ ਤਾਂ ਵਾਰ-ਵਾਰ ਗੁਰੂ ਸਾਹਿਬ ਨੂੰ ਕਹਿੰਦੇ ਸਨ ਵੀ ਕੋਈ ਉਪਾਅ ਕੱਢੋ। ਅਖੀਰ ਮਾਤਾ ਜੀ ਨੂੰ ਗੁੱਸਾ ਲੱਗਿਆ ਜਦੋਂ ਗੁਰੂ ਸਾਹਿਬ ਨੇ ਗੱਲ ਨਹੀਂ ਮੰਨੀ, ਕਿਉਂਕਿ ਮਾਂ ਸੀ ਨਾ ਸੁਭਾਅ ਕਰਕੇ। ਤੇ ਫਿਰ ਉਹ ਥੋੜਾ ਜਿਹਾ ਅਹਿਸਾਨ ਵੀ ਜਤਾਇਆ ਵੀ ਜੇ ਤੂੰ ਨਹੀਂ ਪੁੱਤਰ ਜਾਣਾ ਤੇ ਮੈਂ ਪ੍ਰਭਾਵਿਤ ਹੁੰਦਿਆਂ ਸਵੇਰੇ ਇੱਥੋਂ ਚਲੇ ਜਾਣਾ ਹੈ। ਮਾਤਾ ਸਭ ਲੋਕਨ ਸਿਖਾਏ। ਤੇ ਭਾਈ ਸਾਹਿਬ ਜੀ ਲਿਖਦੇ ਉਧਰ ਮਸੰਦ ਜਿਹੜੇ ਸਨ ਉਹ ਵੀ ਵਾਰ-ਵਾਰ ਮਾਤਾ ਜੀ ਨੂੰ ਆ ਕੇ ਕਹਿੰਦੇ ਸਨ। ਮਾਤਾ ਚੱਲੇ ਬਾਤ ਠਹਿਰਾਏ। ਇਸ ਕਰਕੇ ਮਾਤਾ ਜੀ ਨੇ ਆਨੰਦਪੁਰ ਸਾਹਿਬ ਤੋਂ ਜਾਣ ਦੀ ਫਿਰ ਵਿਚਾਰ ਆਪਣੇ ਮਨ ਵਿੱਚ ਕੀਤੀ ਹੈ। ਮਾਤਾ ਤੇ ਇਮ ਲੋਕਨ ਅਖਵਾਏ। ਮਸੰਦਾ ਨੇ ਮਾਤਾ ਜੀ ਨੂੰ ਮੂਹਰੇ ਲਾਇਆ, ਆਖਿਆ ਵੀ ਤੁਸੀਂ ਆਖੋ ਵੀ ਅਸੀਂ ਸਵੇਰੇ ਇੱਥੋਂ ਜਾਣਾ ਹੈ। ਮਾਤਾ ਜੀ ਨੂੰ ਸਭ ਦੀ ਚਿੰਤਾ ਸੀ ਤੇ ਗੁਰੂ ਸਾਹਿਬ ਜੀ ਤਾਂ ਹੁਣ ਜਾਣਦੇ ਸਨ ਵੀ ਇਹ ਪਰਬਤੀਏ ਸਹੀ ਨਹੀਂ ਹਨ, ਤੇ ਮਾਤਾ ਜੀ ਸਭ ਦੀ ਚਿੰਤਾ ਕਰਦੇ ਸਨ ਵੀ ਇੱਥੇ ਸਾਰੇ ਔਖੇ ਹੋ ਰਹੇ ਨੇ। ਇਸ ਤਰ੍ਹਾਂ ਉਹਨਾਂ ਨੇ ਮਾਤਾ ਜੀ ਨੂੰ ਮੂਹਰੇ ਲਾ ਕੇ ਬਚਨ ਆਖਿਆ ਵੀ ਤੁਸੀਂ ਗੁਰੂ ਸਾਹਿਬ ਨੂੰ ਕਹੋ ਤੇ ਅਸੀਂ ਤੁਹਾਡੇ ਨਾਲ ਚੱਲਾਂਗੇ। ਹਮਕੋ ਲੈ ਚੱਲ ਮੂਹਰੇ ਲਾਈ, ਮਾਤਾ ਜੀ ਸਾਨੂੰ ਮੂਹਰੇ ਲਾ ਕੇ ਚੱਲੋ, ਤੁਸੀਂ ਪਿੱਛੇ ਚੱਲਿਓ, ਅਸੀਂ ਤੁਹਾਡੇ ਮੂਹਰੇ ਚੱਲਾਂਗੇ। ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੂੰ ਇਹ ਖਬਰ ਪ੍ਰਾਪਤ ਹੋਈ ਹੈ, ਸਤਿਗੁਰ ਜੀ ਮਨ ਦੇ ਵਿੱਚ ਫਿਰ ਇਹ ਗੱਲ ਵਿਚਾਰਨ ਲੱਗੇ ਹਨ। ਹਜ਼ੂਰ ਕਹਿੰਦੇ ਬੜਾ ਔਖਾ ਸਮਾਂ ਹੈ, ਜਿਹੜਾ ਇੱਥੋਂ ਨੱਠੇਗਾ ਉਹ ਬਚੇਗਾ ਨਹੀਂ, ਕਿਉਂਕਿ ਪਰਬਤੀਆਂ ਨੇ ਉਹਨਾਂ ਤੇ ਹਮਲਾ ਕਰ ਦੇਣਾ ਹੈ। ਅਗਰ ਐਸਾ ਹੋ ਗਿਆ, ਸਿੱਖ ਇੱਥੋਂ ਚਲੇ ਗਏ, ਪਰਬਤੀਆਂ ਨੇ ਹਮਲਾ ਕਰ ਦਿੱਤਾ, ਜੇ ਸਿੱਖਾਂ ਦੀ ਸ਼ਹਾਦਤ ਹੋ ਗਈ ਤੇ ਜੱਗ ਦੇ ਲੋਕ ਸਾਡੇ ਤੇ ਉਂਗਲ ਚੁੱਕਣਗੇ। ਲੋਕ ਕਹਿਣਗੇ ਵੀ ਗੁਰੂ ਸਾਹਿਬ ਇਹਨਾਂ ਨੂੰ ਬਾਰ-ਬਾਰ ਕਹਿੰਦੇ ਰਹੇ ਪਰ ਇਹਨਾਂ ਸਿੱਖਾਂ ਨੇ ਗੁਰੂ ਸਾਹਿਬ ਦੀ ਗੱਲ ਨਹੀਂ ਮੰਨੀ। ਇਹ 4 ਚੁਫੇਰੇ ਇੱਥੋਂ ਨੱਠਣਾ ਚਾਹੁੰਦੇ ਨੇ ਤੇ ਉਧਰ ਤੁਰਕਾਂ ਦੀ ਫੌਜ ਵੀ ਹੈ। 4 ਚੁਫੇਰੇ ਘੇਰਾ ਪਿਆ ਹੋਇਆ ਹੈ। ਫਿਰ ਸਤਿਗੁਰਾਂ ਨੇ ਉੱਥੇ ਪਰਖ ਵੀ ਕਰਨੀ ਸੀ। ਹਜ਼ੂਰ ਦੇ ਚਿੱਤ ਦੇ ਵਿੱਚ ਵਿਚਾਰ ਆਈ ਹੈ ਵੀ ਇਹਨਾਂ ਕੋਲੋਂ ਨਾ ਇੱਕ ਲਿਖਤ ਵੀ ਕਰਾ ਲਓ ਵੀ ਠੀਕ ਹੈ ਵੀ ਤੁਸੀਂ ਜੇ ਜਾਣਾ ਚਾਹੁੰਦੇ ਹੋ ਤੇ ਇੱਥੇ ਲਿਖ ਕੇ ਜਾਵੋ। ਸਤਿਗੁਰ ਏਤੀ ਕਹੇ ਜੈ ਹਮ ਜਾਓ ਲਿਖਾਏ। ਜਿਹੜੇ ਸਿੱਖ ਪ੍ਰਭਾਤ ਜਾਣਾ ਚਾਹੁੰਦੇ ਸਨ ਮਾਤਾ ਗੁਜਰੀ ਜੀ ਨੂੰ ਨਾਲ ਲੈ ਕੇ, ਹਜ਼ੂਰ ਸੱਚੇ ਪਾਤਸ਼ਾਹ ਜੀ ਉਹਨਾਂ ਸਿੱਖਾਂ ਨੂੰ ਕਹਿਣ ਲੱਗੇ ਭਾਈ ਇਸ ਤਰ੍ਹਾਂ ਕਰੋ, ਜਾਂਦਿਆਂ ਨਾ ਇੱਕ ਲਿਖਤ ਵੀ ਸਾਨੂੰ ਲਿਖ ਕੇ ਦੇ ਜਾਵੋ। ਕਹਿੰਦੇ ਥੱਕ ਗਏ ਹਮ ਮੰਨੀ ਸਿੱਖ ਨਾ ਕਾਏ। ਬਾਹਰ ਜਾ ਕੇ ਜੇਕਰ ਤੁਹਾਡੇ ਨਾਲ ਕੋਈ ਵਰਤਾਰਾ ਵਰਤੇ, ਇੱਥੇ ਲਿਖ ਕੇ ਜਾਓ ਗੁਰੂ ਸਾਹਿਬ ਸਾਨੂੰ ਕਹਿੰਦੇ ਥੱਕ ਗਏ ਪਰ ਅਸੀਂ ਆਪਣੀ ਗੁਰੂ ਦੀ ਗੱਲ ਨਹੀਂ ਮੰਨੀ ਤੇ ਸਾਨੂੰ ਉਸ ਗੱਲ ਨਾ ਮੰਨਣ ਦੀ ਸਜ਼ਾ ਬਾਹਰ ਜਾ ਕੇ ਮਿਲੀ ਹੈ। ਇਹਦੇ ਨਾਲ ਦੂਸਰੀ ਇੱਕ ਹੋਰ ਗੱਲ ਲਿਖ ਕੇ ਜਾਵੋ ਕਿ ਅੱਜ ਤੋਂ ਬਾਅਦ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਬਦਾਵਾ ਲਿਖ ਕੇ ਜਾਵੋ।
ਮੂੰਹ ਲਿਖ ਦਿਓ। ਉਸੇ ਵਕਤ ਉਹਨਾਂ ਨੇ ਆਖਿਆ ਵੀ ਕੋਈ ਗੱਲ ਨਹੀਂ ਮਹਾਰਾਜ, ਜਾਨ ਨਾਲੋਂ ਪਿਆਰਾ ਹੋਰ ਕੀ ਹੋ ਸਕਦਾ। ਉਹਨਾਂ ਮਹਾਰਾਜ ਨੂੰ ਬਦਾਵਾ ਲਿਖ ਦਿੱਤਾ। ਹੁਣ ਵੇਖੋ ਬੜਾ ਵੱਡਾ ਇਹ ਮਸਲਾ ਹੈ। ਭਾਈ ਮਹਾਂ ਸਿੰਘ ਦਾ ਨਾਂ ਸਭ ਤੋਂ ਮੂਹਰੇ ਆਉਂਦਾ ਵੀ ਉਹਨਾਂ ਬਦਾਵਾ ਲਿਖਿਆ, ਪਰ ਜੈਸੇ ਭਾਈ ਰਤਨ ਸਿੰਘ ਜੀ ਦਾ ਇਹ ਗ੍ਰੰਥ ਹੈ ਜਾਂ ਭਾਈ ਸੰਤੋਖ ਸਿੰਘ ਹਰੀ, ਉੱਥੇ ਬਹੁਤਾ ਕਿਤੇ ਜ਼ਿਕਰ ਨਹੀਂ ਆਇਆ ਵੀ ਭਾਈ ਮਹਾਂ ਸਿੰਘ ਹੋਰਾਂ ਨੇ ਬਦਾਵਾ ਲਿਖਿਆ। ਮਹਾਂ ਸਿੰਘ ਹੋਰਾਂ ਨੇ ਤਾਂ ਬਦਾਵਾ ਪੜਵਾਇਆ ਸੀਗਾ। ਨਾਲੇ ਬਦਾਵਾ ਇੱਕ ਵਾਰੀ ਨਹੀਂ ਦੋ ਵਾਰੀ ਲਿਖਿਆ ਗਿਆ। ਇੱਕ ਵਾਰੀ ਤਾਂ ਇੱਥੇ ਬਦਾਵਾ ਲਿਖਿਆ, ਇਤਿਹਾਸਕਾਰ ਲਿਖਦੇ ਵੀ ਰਾਮਿਆਣੇ ਪਿੰਡ ਗਏ ਮਹਾਰਾਜ ਸੱਚੇ ਪਾਤਸ਼ਾਹ ਚਮਕੌਰ ਸਾਹਿਬ ਜਾਣ ਤੋਂ ਪਹਿਲਾਂ। ਨਗਰਾਂ ਚੌਧਰੀਆਂ ਦੇ ਪਿੰਡਾਂ ਦੇ ਜਿਹੜੇ ਕੁਝ ਕੁ ਸਿੱਖ ਸਨ ਉਹ ਆ ਗਏ, ਤੁਹਾਡੀ ਸੁਲ੍ਹਾ ਕਰਾ ਦਿੰਦੇ ਆ ਬਾਦਸ਼ਾਹ ਨਾਲ। ਮਹਾਰਾਜ ਕਹਿੰਦੇ ਜਦੋਂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਉਦੋਂ ਕਿੱਥੇ ਗਏ ਸੋ ਸੁਲ੍ਹਾ ਕਰਾਉਣ ਵਾਲੇ? ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਉਦੋਂ ਸੁਲ੍ਹਾ ਕਰਾਉਣ ਵਾਲੇ ਕਿੱਥੇ ਗਏ ਸੀ? ਉਹ ਕਹਿੰਦੇ ਇਦਾਂ ਤਾਂ ਨਹੀਂ ਮਹਾਰਾਜ ਤੁਹਾਡੇ ਨਾਲ ਬਣਨੀ, ਤੁਸੀਂ ਤਾਂ ਜੰਗ ਕਰਦੇ ਹੋ, ਸਾਡੀ ਤੁਹਾਡੇ ਨਾਲ ਬਣਨੀ ਨਹੀਂ। ਗੁਰੂ ਸਾਹਿਬ ਕਹਿੰਦੇ ਕਿ ਛੇਵੇਂ ਪਾਤਸ਼ਾਹ ਨੇ ਜੰਗ ਨਹੀਂ ਕੀਤੇ? ਉਹਨਾਂ ਤਾਂ ਵੀ ਜੰਗ ਕੀਤੇ ਨਾ, ਸਮੇਂ ਦੀ ਸਰਕਾਰ ਨਾਲ ਹਕੂਮਤ ਨਾਲ ਉਹ ਜ਼ੁਲਮ ਕਰਦੇ ਸਨ। ਤੇ ਸਾਡੇ ਵੱਡੇ ਵਡੇਰਿਆਂ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ, ਸਾਡੇ ਦਾਦਾ ਜੀ ਨੇ ਜੋ ਕੀਤਾ ਹੈ, ਅਸਾਂ ਵੀ ਉਹੀ ਕਰ ਰਹੇ ਹਾਂ। ਸਮੇਂ ਦੀ ਜ਼ਰੂਰਤ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਤੁਹਾਡੀ ਮਰਜ਼ੀ ਹੈ, ਤੁਸੀਂ ਸਿੱਖ ਅਸੀਂ ਗੁਰੂ ਆ। ਸਿੱਖ ਉਹ ਹੁੰਦਾ ਜਿਹੜਾ ਗੁਰੂ ਦੀ ਨਸੀਹਤ ਲਏ, ਤੁਸੀਂ ਨਸੀਹਤ ਦੇਣ ਆਇਓ। ਕਹਿੰਦੇ ਮਹਾਰਾਜ ਫਿਰ ਇਦਾਂ ਨਹੀਂ ਬਣਨੀ। ਹਜ਼ੂਰ ਕਹਿੰਦੇ ਫਿਰ ਤੁਹਾਡੀ ਮਰਜ਼ੀ ਵੀ ਲਿਖ ਕੇ ਜਾਓ ਵੀ ਤੁਸੀਂ ਸਾਡੇ ਗੁਰੂ ਨਹੀਂ, ਅਸਾਂ ਤੁਹਾਡੇ ਸਿੱਖ ਨਹੀਂ, ਬਦਾਵਾ ਲਿਖੋ ਤਾਂ ਤੁਸੀਂ ਚਲੇ ਜਾਓ। ਇਤਿਹਾਸਕਾਰ ਕਹਿੰਦੇ ਵੀ ਰਾਮਿਆਣੇ ਵੀ ਉਹ ਬਦਾਵਾ ਉਹਨਾਂ ਨੇ ਲਿਖਿਆ ਮਹਾਰਾਜ ਦਸਵੇਂ ਪਾਤਸ਼ਾਹ ਨੂੰ। ਪਰ ਭਾਈ ਮਹਾਂ ਸਿੰਘ ਹਰਾਂ ਉਹਨਾਂ ਬਾਰੇ ਬਾਰ-ਬਾਰ ਠੋਕ ਠੋਕ ਕੇ ਕਿਹਾ ਜਾਂਦਾ ਉਹਨਾਂ ਬਦਾਵਾ ਲਿਖਿਆ, ਪਰ ਇਹ ਗੱਲ ਕਿਤੇ ਬਹੁਤੀ ਸਾਬਤ ਨਹੀਂ ਹੋ ਸਕੀ। ਹਾਂ, ਬਦਾਵਾ ਪੜਵਾਇਆ ਭਾਈ ਮਹਾਂ ਸਿੰਘ ਹਰਾਂ ਨੇ। ਜਦੋਂ ਮਾਈ ਭਾਗੋ ਨੂੰ ਪਤਾ ਲੱਗਿਆ ਨਾ ਵੀ ਇਹ ਬਦਾਵਾ ਲਿਖ ਕੇ ਦੇ ਕੇ ਗਏ ਨੇ, ਮਾਤਾ ਆਖਣ ਲੱਗੀ ਆ ਕੀ ਕੀਤਾ ਤੁਸਾਂ ਵੀ ਤੁਸੀਂ ਮਹਾਰਾਜ ਨੂੰ ਬਦਾਵਾ ਲਿਖ ਕੇ ਦੇ ਕੇ ਆਏ ਹੋ। ਜਦੋਂ ਆਨੰਦਪੁਰ ਸਾਹਿਬ ਰੌਣਕਾਂ ਸਨ ਉਦੋਂ ਤਾਂ ਪਰਿਵਾਰਾਂ ਦੇ ਪਰਿਵਾਰ ਲੈ ਕੇ ਗਏ, ਤੇ ਹੁਣ ਕੀ ਹੋ ਗਿਆ ਤੁਹਾਨੂੰ? ਮਾਤਾ ਨੇ ਜਦੋਂ ਇਹ ਬਚਨ ਆਖੇ ਫਿਰ ਉੱਥੇ ਕੁਝ ਕੁ ਸਿੱਖ ਇਕੱਠੇ ਹੋਏ ਤੇ 40 ਮੁਕਤਿਆਂ ਦਾ ਜ਼ਿਕਰ ਆਉਂਦਾ ਹੈ। 40 ਸਿੱਖ ਸਨ, ਉਹਨਾਂ ਵਿੱਚ ਇੱਕ ਮਾਤਾ ਭਾਗੋ ਸੀ। ਇਕੱਠੇ ਹੋ ਕੇ ਭਾਈ ਮਹਾਂ ਸਿੰਘ ਹਰੀ ਉਹਨਾਂ ਦੀ ਅਗਵਾਈ ਹੇਠ ਜਥਾ ਜਿਹੜਾ ਸੀ ਖਦਰਾਣੇ ਦੀ ਢਾਬ ਤੇ ਗਿਆ ਮੁਕਤਸਰ ਸਾਹਿਬ, ਉੱਥੇ ਫਿਰ ਜੰਗ ਹੋਇਆ। ਇਸ ਕਰਕੇ ਜਿਹੜਾ ਬਦਾਵਾ ਹੈ ਉਹ ਸਿੱਖਾਂ ਨੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਸ੍ਰੀ ਅਨੰਦਪੁਰ ਸਾਹਿਬ ਲਿਖ ਕੇ ਦਿੱਤਾ ਹੈ। ਗੁਰੂ ਜੀ ਜਿਮ ਤੋ ਕਹਿਓ, ਮਹਾਰਾਜ ਨੇ ਜਿਵੇਂ ਆਖਿਆ ਉਹਨਾਂ ਨੇ ਪਰਵਾਹ ਨਹੀਂ ਕੀਤੀ, ਉਸੇ ਤਰ੍ਹਾਂ ਲਿਖ ਕੇ ਆਪਣੇ ਸਾਈਨ ਕਰ ਦਿੱਤੇ ਹਨ। ਜਿਹੜੇ ਚਾਕਰ ਸਨ, ਚਾਕਰੀ ਕਰਦੇ ਸਨ, ਮਹਾਰਾਜ ਦੇ ਨਫਰ ਸਨ, ਟਹਿਲੂਏ ਆਦਿਕ ਸਨ। ਹੋਰ ਜਿਹੜੇ ਵਪਾਰੀ ਆਦਿਕ ਉੱਥੋਂ ਦੇ ਰਹਿਣ ਵਾਲੇ ਨਗਰ ਨਿਵਾਸੀ ਸਨ, ਉਹ ਸਾਰੇ ਮਹਾਰਾਜ ਤੋਂ ਬੇਮੁਖ ਹੋ ਗਏ ਹਨ। ਮਹਾਰਾਜ ਕਲਗੀਧਰ ਜੀ ਨੇ ਇਹੋ ਜਿਹਾ ਸਾਂਗ ਵਰਤਾਰਾ ਉੱਥੇ ਵਰਤਾ ਦਿੱਤਾ ਹੈ। ਅਸਲ ਵਿੱਚ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਸੀ ਨਾ, ਸੰਗ ਸਖਾ ਸਭ ਤਜ ਗਏ ਕਉ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਅਗਰ ਗੁਨਾਥ। ਉਹ ਬਚਨ ਸੱਚ ਕਰਕੇ ਵਿਖਾਏ ਵੀ ਜਦੋਂ ਬੁਰਾ ਵਕਤ ਆਉਂਦਾ ਨਾ ਉਦੋਂ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ। ਤੇ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਉਹ ਬਚਨ ਕਹੇ ਹੋਏ ਆਨੰਦਪੁਰ ਸਾਹਿਬ ਪ੍ਰਤੱਖ ਕਰਕੇ ਵਿਖਾਏ ਹਨ। ਵਾਹ ਵਾਹ, ਉੱਥੇ ਲੋਕ ਜਿਹੜੇ ਆਪਣੇ ਸਿਦਕ ਤੋਂ ਹਾਰ ਗਏ ਨੇ। ਬੜੀ ਵੱਡੀ ਗੱਲ ਹੈ ਜਦੋਂ ਸਿਦਕ ਹੀ ਹਾਰ ਜਾਏ ਬੰਦਾ, ਤੇ ਫਿਰ ਬੰਦੇ ਦੇ ਪੱਲੇ ਵੀ ਕੀ ਰਹਿ ਜਾਏ। ਮਾੜੀ ਮਾੜੀ ਗੱਲ ਪਿੱਛੇ ਬੰਦਾ ਸਿਦਕ ਹਾਰ ਜਾਂਦਾ। ਨਹੀਂ, ਗੁਰੂ ਕੇ ਸਿੱਖੋ, ਸਿਦਕ ਦੇ ਵਿੱਚ ਪਰਪੱਕ ਰਹਿਣਾ ਚਾਹੀਦਾ ਤੇ ਗੁਰੂ ਤੇ ਭਰੋਸਾ ਰੱਖਣਾ ਚਾਹੀਦਾ। ਜਿਹੜਾ ਸਿੱਖ ਗੁਰੂ ਦੇ ਉੱਤੇ ਭਰੋਸਾ ਰੱਖਦਾ, ਸਿਦਕ ਰੱਖਦਾ, ਸਤਿਗੁਰੂ ਉਹਦੀ ਪਿੱਠ ਨਹੀਂ ਲੱਗਣ ਦਿੰਦੇ, ਭਾਵੇਂ ਜਿੰਨਾ ਮਰਜ਼ੀ ਔਖਾ ਸਮਾਂ ਸਿੱਖ ਤੇ ਆ ਜਾਏ। ਪਰ ਲੋਕ ਗਏ ਸਭ ਸਿਦਕੋਂ ਹਾਰ। ਆਨੰਦਪੁਰ ਸਾਹਿਬ ਲੋਕ ਸਿਦਕ ਤੋਂ ਹਾਰ ਗਏ ਹਨ। ਇਸ ਤਰ੍ਹਾਂ ਸਮੇਂ ਦੀ ਇਹੋ ਜੀ ਕਾਰ ਵਰਤੀ, ਇਹੋ ਜਿਹਾ ਭਾਣਾ ਉੱਥੇ ਵਰਤਿਆ ਹੈ। ਜਿਉਂ-ਜਿਉਂ ਸਤਿਗੁਰ ਜੀ ਧੀਰਜ ਧਰਾਉਂਦੇ ਨੇ, ਉਪਦੇਸ਼ ਦਿੰਦੇ ਨੇ, ਭਾਈ ਸਿਦਕ ਰੱਖੋ, ਤਿਉਂ-ਤਿਉਂ ਲੋਕ ਉਥੋਂ ਨੱਠ-ਨੱਠ ਕੇ ਬਾਹਰ ਨੂੰ ਜਾਂਦੇ ਵੀ ਮਹਾਰਾਜ ਹੁਣ ਤਾਂ ਇੱਕ ਦਿਨ ਵੀ ਇੱਥੇ ਨਹੀਂ ਖੜ ਸਕਦੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਉਹਨਾਂ ਕੋਲੋਂ ਬਦਾਵਾ ਲਿਖਾਇਆ, ਫਿਰ ਜਿਹੜੇ ਖਾਲਸੇ ਸਨ, ਅੰਮ੍ਰਿਤਧਾਰੀ ਤਿਆਰ ਬਰ ਤਿਆਰ ਫੌਜਾਂ ਨਿਹੰਗ ਸਿੰਘ ਸਨ, ਉਹਨਾਂ ਸਾਰਿਆਂ ਨੂੰ ਆਪਣੇ ਪਾਸ ਸੱਦ ਲਿਆ ਹੈ।
ਆਪ ਨਾ ਲਿਖਿਓ ਹਮ ਹੁਕਮ ਨਾ ਮੇਟਿਓ ਕੋਮ। ਕਲਗੀਧਰ ਜੀ ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਵੀ ਭਾਈ ਤੁਸੀਂ ਵੀ ਲਿਖਦੇ ਹੋ, ਤੁਸੀਂ ਵੀ ਜਾਓ, ਪਰ ਖਾਲਸੇ ਨੇ ਬਦਾਵਾ ਨਹੀਂ ਲਿਖਿਆ ਮਹਾਰਾਜ ਸੱਚੇ ਪਾਤਸ਼ਾਹ ਨੂੰ। ਕਹਿੰਦੇ ਨਹੀਂ ਮਹਾਰਾਜ ਜੀ ਅਸੀਂ ਇਹ ਕਰਮ ਨਹੀਂ ਕਰ ਸਕਦੇ, ਇਹੋ ਜੀ ਕੁਤਾਈ ਅਸੀਂ ਨਹੀਂ ਕਰ ਸਕਦੇ। ਓ ਭਈ ਕਹਿਓ ਖਾਲਸੈ ਹਮ ਸਿਦਕ ਸੰਭਾਰੈ। ਪਰ ਇੱਕ ਪੱਖ ਜ਼ਰੂਰ ਯਾਦ ਰੱਖਿਓ, ਉਹਨਾਂ ਨੇ ਤਾਂ ਤੰਗੀ ਦੇ ਵਿੱਚ ਆ ਕੇ ਬਦਾਵਾ ਲਿਖਿਆ, ਪਰ ਅਸੀਂ ਪੰਜਾਬ ਦੇਸਾਂ ਵਿਦੇਸਾਂ ਵਿੱਚ ਰਹਿਣ ਵਾਲੇ ਸਿੱਖ ਵੈਸੇ ਬਦਾਵਾ ਲਿਖੀ ਫਿਰਦੇ ਹਾਂ ਗੁਰੂ ਤੋਂ। ਉਹਨਾਂ ਤੰਗੀ 'ਚ ਲਿਖਿਆ, ਅਸੀਂ ਇਉਂ ਹੀ ਲਿਖ ਦਿੱਤਾ ਮਾੜੀਆਂ ਮਾੜੀਆਂ ਗੱਲਾਂ ਪਿੱਛੋਂ। ਆ ਪਿੱਛੇ ਜੀ ਬੜੀ ਵਾਰੀ ਤੁਸੀਂ ਕਾਰਨਾਮੇ ਸੁਣੇ ਹੋਣੇ ਵੀ ਈਸਾਈ ਬਣ ਗਏ ਕਈ ਸਿੱਖ। ਕਿਉਂ ਈਸਾਈ ਬਣੇ? ਮੈਨੂੰ ਤਨ ਦਾ ਰੋਗ ਹੈ ਜੀ, ਮੇਰਾ ਦੂਰ ਕਰ ਦਿੱਤਾ। ਆ ਕਰੋਨਾ ਵਰਤਦੀ ਹੈ ਤੇ ਹੁਣ ਨਹੀਂ ਹੋਇਆ ਦੂਰ। ਪਾਸਟਰ ਕਿੱਥੇ ਭੱਜ ਗਏ ਸਾਰੇ, ਹੁਣ ਨਹੀਂ ਲੋਕਾਂ ਨੂੰ ਠੀਕ ਕਰਦੇ। ਅੱਗੇ ਤਾਂ ਬਹੁਤ ਕੁਝ ਕਰਦੇ ਸਨ, ਪਰ ਉਹਨਾਂ ਕੋਲ ਹੈ ਕੁਝ ਨਹੀਂ। ਕੁਝ ਸਿੱਖੀ ਛੱਡ ਕੇ ਉਹਨਾਂ ਦੇ ਪਿੱਛੇ ਲੱਗ ਗਏ। ਕਿਸੇ ਨੂੰ ਮਾਇਆ ਦਿੱਤੀ, ਘਰ ਬਣਾ ਦਿੱਤਾ, ਉਹਨਾਂ ਨੇ ਸਿੱਖੀ ਛੱਡ ਦਿੱਤੀ, ਆਪਣਾ ਧਰਮ ਛੱਡ ਕੇ ਉਸ ਧਰਮ 'ਚ ਪ੍ਰਵੇਸ਼ ਹੋ ਗਏ। ਖਾਲਸਾ ਜੀ ਧਰਮ ਜਿਹੜਾ ਹੁੰਦਾ ਹੈ, ਧਰਮ ਤੁਹਾਡੇ ਅੰਦਰ ਲਈ ਹੁੰਦਾ ਹੈ। ਧਰਮ ਤੁਹਾਡੀ ਬਾਹਰਲੀ ਦਿੱਖ ਜਿਹੜੀ ਸੁਧਾਰਦਾ ਹੈ, ਤੁਹਾਨੂੰ ਅੰਦਰੋਂ ਸੁਧਾਰਦਾ ਹੈ, ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੰਦਾ ਹੈ। ਇਹ ਨਹੀਂ ਕਿ ਜੇ ਮੈਂ ਸਿੱਖਾਂ ਤੇ ਧਰਮ ਮੈਨੂੰ ਰੋਟੀਆਂ ਪਕਾ ਕੇ ਵੀ ਦੇ। ਮੈਨੂੰ ਖਿਮਾ ਕਰਿਓ, ਮੈਂ ਸ਼ਬਦ ਵਰਤਿਆ ਹੈ। ਇਹ ਨਹੀਂ ਕਿ ਧਰਮ ਮੈਨੂੰ ਘਰ ਬਣਾ ਕੇ ਦਏ, ਧਰਮ ਮੇਰੇ ਬੱਚੇ ਵੀ ਪੜ੍ਹਾਏ। ਗੁਰੂ ਸਾਹਿਬ ਨੇ ਖਾਲਸੇ ਨੂੰ ਉਪਦੇਸ਼ ਦਿੱਤਾ ਵੀ ਇੱਕ ਦੂਜੇ ਦੀ ਮਦਦ ਕਰੋ, ਜ਼ਰੂਰਤਮੰਦ ਉਹਦੀ ਮਦਦ ਕਰੋ। ਖਾਲਸਾ ਕਰਦਾ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਸਾਡੀ ਮਦਦ ਨਹੀਂ ਹੋਈ ਤੇ ਅਸੀਂ ਸਿੱਖੀ ਛੱਡ ਕੇ ਭੱਜ ਜਾਈਏ ਵੀ ਕਿਉਂ ਵੀ ਸਾਨੂੰ ਤਾਂ ਜੀ ਸਿੱਖਾਂ ਨੇ ਕੁਝ ਦਿੱਤਾ ਹੀ ਨਹੀਂ। ਐਸਾ ਨਹੀਂ। ਧਰਮ ਜਿਹੜਾ ਤੁਹਾਡੇ ਭਲੇ ਵਾਸਤੇ ਹੈ, ਆਪਣਾ ਧਰਮ ਛੱਡ ਕੇ ਕਿਸੇ ਹੋਰ ਧਰਮ 'ਚ ਚਲੇ ਜਾਓਗੇ, ਭਲਾ ਤੁਹਾਡਾ ਨਹੀਂ ਜੇ ਹੋਣਾ। ਇਸ ਕਰਕੇ ਅਸੀਂ ਬਦਾਵੀਏ ਸਿੱਖ। ਕਿਉਂ? ਅਸੀਂ ਕੇਸ ਕਤਲ ਕਰਾ ਦਿੱਤੇ, ਅਸੀਂ ਤਾਂ ਬਦਾਵੀਏ ਸਿੱਖ ਹਾਂ। ਅਸੀਂ ਗੁਰੂ ਸਾਹਿਬ ਜੀ ਦੀ ਖੰਡੇ ਬਾਟੇ ਦੀ ਪੌੜ ਛਕਣ ਦਾ ਹੁਕਮ ਹੋਇਆ, ਅਸਾਂ ਨਹੀਂ ਛਕੇ, ਅਸੀਂ ਬਦਾਵੀਏ ਸਿੱਖ। ਸਾਨੂੰ ਨਿਤਨੇਮ ਕਰਨ ਦਾ ਹੁਕਮ ਹੋਇਆ, ਅਸਾਂ ਨਹੀਂ ਕੀਤਾ, ਅਸੀਂ ਬਦਾਵੀਏ ਸਿੱਖ। ਗੁਰੂ ਸਾਹਿਬ ਨੇ ਸਾਨੂੰ ਮੰਦ ਕਰਮ ਕਰਨ ਤੋਂ ਰੋਕਿਆ, ਅਸੀਂ ਨਹੀਂ ਹਟੇ, ਅਸੀਂ ਬਦਾਵੀਏ ਸਿੱਖ। ਅਸੀਂ ਉਹਨਾਂ ਬਦਾਵੀਏ ਸਿੱਖਾਂ ਦੀ ਗੱਲ ਤਾਂ ਕਰੀਏ ਜੇਕਰ ਅਸੀਂ ਬਦਾਵਾ ਨਹੀਂ ਦਿੱਤਾ ਗੁਰੂ ਨੂੰ। ਅਸੀਂ ਤਾਂ ਆਪ ਗੁਰੂ ਸਾਹਿਬ ਨੂੰ ਬਦਾਵੇ ਲਿਖ ਕੇ ਦਿੱਤੇ ਹੋਏ ਨੇ, ਆਪ ਗੁਰੂ ਨਾਲੋਂ ਟੁੱਟੇ ਹੋਏ ਆ। ਅਸੀਂ ਕਿਵੇਂ ਉਹਨਾਂ ਸਿੱਖਾਂ ਦੀ ਗੱਲ ਕਰੀਏ ਜਿਹੜੇ 8-8 9-9 ਮਹੀਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਭੁੱਖੇ ਭਾਣੇ ਬੈਠੇ ਰਹੇ। ਉਹਨਾਂ ਦੀ ਤਾਂ ਮਜਬੂਰੀ ਬਣ ਗਈ, ਬਦਾਵਾ ਲਿਖ ਕੇ ਦੇ ਗਏ। ਪਰ ਸਾਡੀ ਕੀ ਮਜਬੂਰੀ ਅੱਜ ਦੇ ਟਾਈਮ ਦੇ ਵਿੱਚ? ਸਾਡੀ ਤਾਂ ਕੋਈ ਮਜਬੂਰੀ ਨਹੀਂ ਨਾ। ਖਿਮਾ ਕਰਿਓ, ਅਸੀਂ ਬਦਾਵਾ ਗੁਰੂ ਨੂੰ ਲਿਖ ਕੇ ਦਿੱਤਾ ਹੋਇਆ। ਉਹਨਾਂ ਦਾ ਬਦਾਵਾ ਤਾਂ ਭਾਈ ਮਾਨ ਸਿੰਘ ਪੜਵਾ ਗਿਆ, ਪਰ ਯਾਦ ਰੱਖਿਓ ਸਾਡਾ ਬਦਾਵਾ ਕੌਣ ਪੜਵਾਏਗਾ ਜੇ ਅਸੀਂ ਨਾ ਸੁਧਰੇ। ਉਹਨਾਂ ਦਾ ਬਦਾਵਾ ਤਾਂ ਭਾਈ ਮਾਨ ਸਿੰਘ ਨੇ ਪੜਵਾ ਦਿੱਤਾ, ਸਾਡਾ ਕੌਣ ਬਦਾਵਾ ਪੜਵਾਏਗਾ? ਇਸ ਕਰਕੇ ਭਾਈ ਗੁਰੂ ਕੇ ਬਚਨਾਂ ਤੇ ਭਰੋਸਾ ਰੱਖ ਕੇ, ਸਿਦਕ ਰੱਖ ਕੇ, ਮੰਦ ਕਰਮ ਛੱਡ ਕੇ ਗੁਰੂ ਵਾਲੇ ਬਣ ਕੇ ਗੁਰੂ ਦੇ ਨਾਲ ਜੁੜੀਏ। ਸਾਧ ਸੰਗਤ ਭਾਈ ਰਤਨ ਸਿੰਘ ਜੀ ਲਿਖਦੇ, ਕਹਿਓ ਖਾਲਸਾ ਹਮ ਸਿਦਕ ਸੰਭਾਰੈ। ਇਹ ਹੁੰਦਾ ਹੈ ਗੁਰੂ ਕਾ ਖਾਲਸਾ। ਖਾਲਸੇ ਕਹਿਣ ਲੱਗੇ ਮਹਾਰਾਜ ਅਸਾਂ ਬਦਾਵਾ ਨਹੀਂ ਲਿਖ ਸਕਦੇ, ਅਸੀਂ ਸਿਦਕ ਸੰਭਾਲਾਂਗੇ। ਇਸ ਉਪਰ ਹਮ ਸਿਦਕ ਨਾ ਹਾਰੈ। ਸਿਰ ਤੋਂ ਸਿਦਕ ਕਿਵੇਂ ਹਾਰ ਜਾਈਏ? ਅਸੀਂ ਦੁਨੀਆ ਵੇਖ ਕੇ ਕੇਸ ਕਤਲ ਕਰਾ ਦਿੱਤੇ, ਅਸੀਂ ਦੁਨੀਆ ਵੇਖ ਕੇ ਦੁਨੀਆ ਦੀ ਚਕਚੌਂਦ ਦੇ ਚੱਕਰ ਵਿੱਚ ਸਿੱਖੀ ਛੱਡ ਗਏ। ਉਹ ਕਹਿੰਦੇ ਮਹਾਰਾਜ ਸਿਰ ਦੇ ਉੱਪਰ ਸਿਦਕ ਨਹੀਂ ਹਾਰ ਸਕਦੇ, ਭਾਵ ਸੀਸ ਸਾਡਾ ਚਲਾ ਜਾਏ, ਪਰ ਮਹਾਰਾਜ ਅਸੀਂ ਆਪਣਾ ਸਿਦਕ ਨਹੀਂ ਛੱਡ ਸਕਦੇ। ਮਹਾਰਾਜ ਇੱਕ ਸੀਸ ਦੀ ਕੀ ਗੱਲ ਹੈ? ਜੇਕਰ ਸਾਨੂੰ 100 ਸੀਸ ਵੀ ਤੁਹਾਡੇ ਵਾਸਤੇ ਦੇਣਾ ਪਏ ਤੇ ਅਸੀਂ 100 ਸੀਸ ਵੀ ਉਤਾਰ ਦੇਵਾਂਗੇ। ਮਹਾਰਾਜ ਅਸੀਂ ਆਪਣੀ ਸਿੱਖੀ ਨਹੀਂ ਗਵਾ ਸਕਦੇ। ਸਤਿਗੁਰੂ ਜੀ ਜਿੱਥੇ ਜਾਓਗੇ ਅਸੀਂ ਤੁਹਾਡੇ ਨਾਲ ਖੜਾਂਗੇ। ਕਿਉਂ? ਕਿਉਂਕਿ ਤੁਸੀਂ ਸਾਡੇ ਨਾਲ ਖੜੇ ਹੋ। ਸਾਡੇ ਵਿੱਚ ਸਮਰੱਥਾ ਨਹੀਂ ਕਿਤੇ ਖੜਨ ਦੀ। ਮਹਾਰਾਜ ਅਸੀਂ ਤਾਂ ਤੁਹਾਡੇ ਆਸਰੇ ਖੜਨਾ ਹੈ। ਜਿੱਥੇ ਜਾਵਾਂਗੇ ਸਦਾ ਤੁਹਾਡੇ ਨਾਲ ਰਵਾਂਗੇ, ਕਿਉਂਕਿ ਗੁਰੂ ਮੇਰਾ ਸੰਗ ਸਦਾ ਹੈ ਨਾਲੇ, ਸਾਡਾ ਗੁਰੂ ਸਾਡੇ ਨਾਲ ਹੈ। ਸਤਿਗੁਰੂ ਜਿੰਨੀ ਦੇਰ ਤੱਕ ਸਾਡੇ ਸਰੀਰ ਵਿੱਚ ਪ੍ਰਾਣਾਂ ਦੀ ਡੋਰ ਚੱਲਦੀ ਹੈ, ਓਨੀ ਦੇਰ ਤੱਕ ਪਾਤਸ਼ਾਹ ਅਸੀਂ ਆਪਣਾ ਪੈਰ ਪਿੱਛੇ ਨਹੀਂ ਹਟਾਵਾਂਗੇ। ਸਤਿਗੁਰੂ ਸਿੰਘ ਲਗੇ ਪਿਆਰੇ। ਇਹੋ ਜਿਹੇ ਬਚਨ ਸੁਣ ਕੇ ਮਹਾਰਾਜ ਕਲਗੀਧਰ ਜੀ ਨੂੰ ਸਿੰਘ ਬੜੇ ਪਿਆਰੇ ਲੱਗੇ ਹਨ।
ਉਚਾਰੇ ਕਲਗੀਧਰ ਜੀ ਬੜੇ ਪ੍ਰਸੰਨ ਹੋਏ ਤੇ ਬਚਨ ਕਹਿਣ ਲੱਗੇ। ਧਨ ਖਾਲਸੋ ਧਨ ਪੰਥ ਭੁਜੰਗੀ ਸਤਿਗੁਰੂ ਕਹਿੰਦੇ ਧੰਨ ਮੇਰਾ ਖਾਲਸਾ, ਧੰਨ ਮੇਰੇ ਭੁਜੰਗੀ ਹਨ। ਜੋ ਬੀਜ ਜਾਣ ਸਿੱਖੀ ਚੰਗੇ ਇਹਨਾਂ ਨੇ ਸਿੱਖੀ ਨੂੰ ਚੰਗਾ ਜਾਣ ਕੇ ਅੱਜ ਸਿੱਖੀ ਦਾ ਬੀਜ ਰੱਖ ਲਿਆ ਹੈ। ਬਾਹਰ ਖਾਲਸੇ ਐਸ ਉਚਾਰਾ ਸਤਿਗੁਰੂ ਮਹਾਰਾਜ ਨੇ ਇਸ ਪ੍ਰਕਾਰ ਖਾਲਸੇ ਦੇ ਸਨਮੁਖ ਜਦੋਂ ਬਚਨ ਉਚਾਰੇ ਹਨ, ਮੈਂ ਕੋ ਦੱਸੋ ਮੋਰਚਾ ਭਾਰਾ ਖਾਲਸੇ ਪੰਥ ਨੇ ਅਰਦਾਸ ਕੀਤੀ, ਮਹਾਰਾਜ ਕਿਰਪਾ ਕਰੋ ਸਾਨੂੰ ਕੋਈ ਭਾਰੀ ਮੋਰਚਾ ਦੱਸੋ, ਕਿਵੇਂ ਇਹਨਾਂ ਦੇ ਨਾਲ ਅਸੀਂ ਜੰਗ ਕਰੀਏ, ਕਿਵੇਂ ਮੋਰਚਾ ਲਾਈਏ। ਜੋ ਸ੍ਰੀ ਸਤਿਗੁਰ ਐਸੇ ਕਹਿਓ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਉਹਨਾਂ ਸਿੰਘਾਂ ਨੂੰ ਇਸ ਤਰ੍ਹਾਂ ਕਹਿਣ ਲੱਗੇ ਹਨ। ਮੈਂ ਹਮ ਹੋਵੇਂ ਤੈ ਤੁਮ ਰਹਿਓ ਸਤਿਗੁਰੂ ਕਹਿੰਦੇ ਖਾਲਸਾ ਜੀ ਜਿੱਥੇ ਅਸੀਂ ਹੋਵਾਂਗੇ ਉੱਥੇ ਤੁਸੀਂ ਹੋਵੋਗੇ, ਜਿੱਥੇ ਅਸੀਂ ਰਹਾਂਗੇ ਤੁਸੀਂ ਹਮੇਸ਼ਾ ਸਾਡੇ ਨਾਲ ਰਹੋਗੇ। ਖਾਲਸੇ ਸੋ ਮੰਨ ਲਈ ਇਸ ਤਰ੍ਹਾਂ ਗੁਰੂ ਕੇ ਖਾਲਸੇ ਨੇ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਬਚਨ ਮੰਨ ਲਏ। ਲੋਕਨ ਸੁਨ ਭਾਜੜ ਕਰ ਦਈ ਇਧਰ ਲੋਕਾਂ ਦੇ ਵਿੱਚ ਭਾਜੜਾਂ ਮਚ ਗਈਆਂ ਕਿ ਸਿੰਘ ਤਾਂ ਹੁਣ ਬਦਾਵਾ ਨਹੀਂ ਲਿਖ ਰਹੇ, ਸਾਡੇ ਨਾਲ ਨਹੀਂ ਜਾ ਰਹੇ, ਪਰ ਸਾਨੂੰ ਇੱਥੋਂ ਜਾਣਾ ਪੈਣਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਕੁਝ ਲੋਕ ਬਦਾਵਾ ਲੈ ਕੇ ਨਿਕਲੇ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਉਹਨਾਂ ਵਾਸਤੇ, ਕਿਤੇ ਇਹ ਨਾ ਹੋਵੇ ਕਿ ਪਰਬਤੀਏ ਪਹਾੜੀਏ ਇਹਨਾਂ ਤੇ ਹਮਲਾ ਕਰਨ। ਗੁਰੂ ਸਾਹਿਬ ਜੀ ਵੀ ਉਹਨਾਂ ਦੇ ਨਾਲ ਉਹਨਾਂ ਦੀ ਰੱਖਿਆ ਕਰਨ ਵਾਸਤੇ ਉਹਨਾਂ ਦੇ ਪਿੱਛੇ ਨਿਕਲੇ। ਪਰ ਜੋ ਵਰਤਾਰਾ ਅੱਗੇ ਵਰਤਿਆ ਕੱਲ ਦੇ ਦੀਵਾਨਾਂ ਦੇ ਵਿੱਚ ਆਪਾਂ ਬਚਨ ਸਰਵਣ ਕਰਾਂਗੇ। ਜੇ ਕਿਤੇ ਕਲਗੀਧਰ ਜੀ ਦੇ ਬਚਨ ਸਿੱਖਾਂ ਨੇ ਮੰਨੇ ਹੁੰਦੇ ਤੇ ਸ਼ਾਇਦ ਇੰਨਾ ਘਾਣ ਨਾ ਹੁੰਦਾ, ਪਰ ਸਤਿਗੁਰਾਂ ਦੇ ਬਚਨ ਨਾ ਮੰਨਣ ਕਰਕੇ ਇੰਨਾ ਨੁਕਸਾਨ ਹੋਇਆ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ ਧਾਰ। ਅੰਧਕੂਪ ਮਹਾ ਭਿਆਨ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।